ਸਮਾਰਟ ਅਕੈਡਮੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਅੱਜ ਆਪਾਂ ਸ਼ੁਰੂ ਕਰਨ ਲੱਗੇ ਹਾਂ ਪ੍ਰੋਫਿਟ ਲਾਸ ਲਾਭ ਹਾਨੀਆਂ। ਸਭ ਤੋਂ ਪਹਿਲੇ ਆਪਾਂ ਕਰਦੇ ਹਾਂ ਫਾਰਮੂਲੇ। ਹੁਣ ਦੇਖੋ, ਇੱਕ ਆਪਣੇ ਕੋਲ ਹੁੰਦਾ ਹੈ ਸੀਪੀ। ਸੀਪੀ ਨੂੰ ਆਪਾਂ ਕਹਿੰਦੇ ਹਾਂ ਕਾਸਟ ਪ੍ਰਾਈਸ, ਪੰਜਾਬੀ 'ਚ ਕਹਿੰਦੇ ਆ ਖਰੀਦ ਮੁੱਲ, ਹਿੰਦੀ 'ਚ ਕਹਿੰਦੇ ਆ ਕ੍ਰੈ ਮੁੱਲ ਹੈ। ਦੂਸਰਾ ਆਪਣੇ ਕੋਲ ਆਉਂਦਾ ਹੈ ਐਸਪੀ, ਜਿਸ ਨੂੰ ਆਪਾਂ ਕਹਿੰਦੇ ਆ ਸੇਲ ਪ੍ਰਾਈਸ, ਜਿੰਨੇ ਤੇ ਆਪਾਂ ਚੀਜ਼ ਵੇਚਦੇ ਹਾਂ। ਇਸ ਨੂੰ ਆਪਾਂ ਲਿਖਦੇ ਹਾਂ ਵੇਚ ਮੁੱਲ, ਜਿੰਨੇ ਤੇ ਵਸਤੂ ਵੇਚੀ ਗਈ। ਹਿੰਦੀ 'ਚ ਕਹਿੰਦੇ ਆਪਾਂ ਵਿਕਰੈ ਮੁੱਲ ਹੈ। ਇਸ ਤੋਂ ਬਾਅਦ ਆਉਂਦਾ ਪ੍ਰੋਫਿਟ, ਜੋ ਲਾਭ ਹੁੰਦਾ ਹੈ, ਲਾਸ ਹਾਨੀ। ਇਸ ਤੋਂ ਬਾਅਦ ਆਉਂਦਾ ਡਿਸਕਾਊਂਟ, ਡਿਸਕਾਊਂਟ ਨੂੰ ਆਪਾਂ ਕਹਿੰਦੇ ਹਾਂ ਕਟੌਤੀ, ਜਾਂ ਆਪਾਂ ਲੈਸ ਵੀ ਕਹਿੰਦੇ ਹਾਂ। ਇੱਕ ਇਸ ਨੂੰ ਬੱਟਾ ਵੀ ਕਹਿੰਦੇ ਆ, ਜਾਂ ਛੋਟ ਕਹਿੰਦੇ ਆ, ਜੋ ਵਸਤੂ ਵਿੱਚ ਛੋਟ ਲੱਗਦੀ ਹੈ। ਫਿਰ ਆ ਜਾਂਦਾ ਐਮਪੀ, ਮਾਰਕ ਪ੍ਰਾਈਸ। ਇਸ ਨੂੰ ਆਪਾਂ ਲਿਖਦੇ ਹਾਂ ਅੰਕਿਤ ਮੁੱਲ। ਕਿਸੇ ਵੀ ਵਸਤੂ ਦੇ ਉੱਪਰ ਜੋ ਰੇਟ ਲਿਖਿਆ ਹੁੰਦਾ ਹੈ ਉਹ ਅੰਕਿਤ ਮੁੱਲ ਹੁੰਦਾ ਹੈ, ਜਾਂ ਲਿਖਿਆ ਹੁੰਦਾ ਹੈ MRP, ਜਾਂ ਲਿਖਿਆ ਹੁੰਦਾ ਹੈ ਟੈਗ ਪ੍ਰਾਈਸ, ਜਾਂ ਲਿਖਿਆ ਹੁੰਦਾ ਹੈ ਪ੍ਰਿੰਟ ਪ੍ਰਾਈਸ। ਇਹ ਲਿਖੇ ਹੁੰਦੇ ਹਨ। ਇਸ ਤੋਂ ਬਾਅਦ ਅੱਗੇ ਆਪਾਂ ਫਾਰਮੂਲੇ ਕਰਦੇ ਹਾਂ ਜੋ ਪ੍ਰੋਫਿਟ ਲਾਸ 'ਤੇ ਲੱਗਣਗੇ। ਪਹਿਲਾ ਫਾਰਮੂਲਾ ਦੇਖੋ, ਜੇ ਆਪਾਂ ਪਤਾ ਕਰਨਾ ਹੋਵੇ ਪ੍ਰੋਫਿਟ ਪਤਾ ਕਰਨ ਲਈ ਫਾਰਮੂਲਾ ਹੁੰਦਾ ਹੈ ਆਪਣੇ ਕੋਲ SP ਮਾਈਨਸ CP। ਜਿੰਨੇ ਦੀ ਵਸਤੂ ਆਪਾਂ ਵੇਚੀ ਉਸ ਦੇ ਵਿੱਚੋਂ ਘਟਾ ਦੇਣਾ ਜਿੰਨੇ ਦੀ ਆਪਾਂ ਖਰੀਦੀ। ਨੰਬਰ 2 ਫਾਰਮੂਲਾ ਲਾਸ ਲਈ ਆਪਾਂ ਕੀ ਕਰਦੇ ਹਾਂ CP ਮਾਈਨਸ SP। ਤੀਸਰਾ ਫਾਰਮੂਲਾ ਆ ਜਾਂਦਾ ਆਪਣੇ ਕੋਲ ਪ੍ਰੋਫਿਟ ਪ੍ਰਤੀਸ਼ਤ। ਜੇ ਪ੍ਰੋਫਿਟ ਪ੍ਰਤੀਸ਼ਤ ਪਤਾ ਕਰਨਾ ਹੈ, ਇਸ ਦੇ ਵਿੱਚ ਪ੍ਰੋਫਿਟ ਪਹਿਲਾਂ ਕੱਢਦੇ ਹਾਂ, ਫਿਰ ਆਪਾਂ ਨੀਚੇ ਲਿਖਦੇ ਹਾਂ CP ਗੁਣਾ ਕਰਦੇ ਹਾਂ 100 ਨਾਲ। ਚੌਥਾ ਫਾਰਮੂਲਾ ਲਾਸ ਪ੍ਰਤੀਸ਼ਤ ਕੱਢਣ ਲਈ ਆਪਾਂ ਕੀ ਕਰਦੇ ਹਾਂ, ਸਭ ਤੋਂ ਪਹਿਲਾਂ ਲਾਸ ਨੀਚੇ CP ਬਟਾ 100 ਗੁਣਾ 100 ਕਰਾਂਗੇ, ਬਟਾ ਨਹੀਂ ਆਏਗਾ। ਪੰਜਵਾਂ ਫਾਰਮੂਲਾ ਦੇਖੋ, ਜੇਕਰ ਆਪਣੇ ਕੋਲ ਪ੍ਰੋਫਿਟ ਜਾਂ ਲਾਸ ਦਿੱਤਾ ਹੈ ਪ੍ਰਤੀਸ਼ਤ ਵਿੱਚ, ਤੇ ਆਪਾਂ SP ਪਤਾ ਕਰਨਾ ਹੋਵੇ, SP ਬਰਾਬਰ CP ਗੁਣਾ 100 ਪਲੱਸ ਮਾਈਨਸ ਪ੍ਰੋਫਿਟ ਪ੍ਰਤੀਸ਼ਤ ਜਾਂ ਲਾਸ ਪ੍ਰਤੀਸ਼ਤ ਬਟਾ ਨੀਚੇ ਆਏਗਾ 100। ਜੇ ਆਪਣੇ ਕੋਲ ਪ੍ਰੋਫਿਟ ਦਿੱਤਾ ਹੈ ਫਿਰ ਆਪਾਂ 100 ਵਿੱਚ ਜੋੜਨਾ ਹੁੰਦਾ ਹੈ, ਜੇ ਲਾਸ ਦਿੱਤਾ ਹੈ ਉਹ ਆਪਾਂ 100 ਦੇ ਵਿੱਚੋਂ ਘਟਾਉਣਾ ਹੁੰਦਾ ਹੈ। ਛੇਵਾਂ ਫਾਰਮੂਲਾ ਦੇਖੋ, ਆਪਾਂ CP ਪਤਾ ਕਰਨਾ ਹੋਵੇ ਜਦੋਂ ਆਪਣੇ ਕੋਲ ਲਾਸ ਜਾਂ ਪ੍ਰੋਫਿਟ ਪਰਸੈਂਟੇਜ ਪਤਾ ਦਿੱਤਾ ਹੋਵੇ, 100 SP ਗੁਣਾ 100 ਬਟਾ 100 ਪਲੱਸ ਮਾਈਨਸ ਪ੍ਰੋਫਿਟ ਪ੍ਰਤੀਸ਼ਤ ਜਾਂ ਲਾਸ ਪ੍ਰਤੀਸ਼ਤ। ਅੱਗੇ ਸੱਤਵਾਂ ਫਾਰਮੂਲਾ ਦੇਖੋ, ਸੱਤਵੇਂ ਫਾਰਮੂਲੇ 'ਚ ਕੀ ਲਿਖਿਆ ਆਪਣੇ ਕੋਲ, ਜੇਕਰ ਆਪਾਂ ਪਤਾ ਕਰਨਾ ਹੋਵੇ SP, ਆਪਣੇ ਕੋਲ ਦਿੱਤਾ ਹੈ ਡਿਸਕਾਊਂਟ ਤੇ MP, ਆਪਾਂ ਕੀ ਕਰਨਾ ਹੁੰਦਾ SP ਬਰਾਬਰ MP ਗੁਣਾ 100 ਮਾਈਨਸ ਡਿਸਕਾਊਂਟ ਪ੍ਰਤੀਸ਼ਤ ਬਟਾ 100। ਇਸ ਫਾਰਮੂਲੇ ਨਾਲ ਆਪਾਂ ਡਿਸਕਾਊਂਟ ਵੀ ਪਤਾ ਕਰ ਸਕਦੇ ਹਾਂ, SP ਵੀ ਪਤਾ ਕਰ ਸਕਦੇ ਹਾਂ, MP ਵੀ ਪਤਾ ਕਰ ਸਕਦੇ ਹਾਂ। ਅੱਗੇ 8ਵਾਂ ਫਾਰਮੂਲਾ ਦੇਖੋ, ਜੇਕਰ ਆਪਾਂ ਪਤਾ ਕਰਨਾ ਹੋਵੇ ਡਿਸਕਾਊਂਟ ਕੱਢਣ ਦਾ ਫਾਰਮੂਲਾ ਕੀ ਆਪਣੇ ਕੋਲ MP ਮਾਈਨਸ SP।
ਜਿੰਨਾ ਮਾਰਕ ਪ੍ਰਾਈਜ਼ ਹੈ ਉਸ ਦੇ ਵਿੱਚੋਂ ਆਪਾਂ ਵੇਚ ਮੁੱਲ ਘਟਾ ਦਿੰਦੇ ਆ। ਨਵਾਂ ਫਾਰਮੂਲਾ, ਜੇ ਆਪਾਂ ਡਿਸਕਾਊਂਟ ਪ੍ਰਤੀਸ਼ਤ ਕੱਢਣਾ ਹੋਵੇ, ਫਾਰਮੂਲਾ ਕੀ ਹੈ, ਡਿਸਕਾਊਂਟ ਬਟਾ MP ਗੁਣਾ ਕਰਨੀ ਹੁੰਦੀ ਹੈ ਆਪਾਂ 100 ਨਾਲ। ਇਹ ਫਾਰਮੂਲੇ ਲੱਗਣਗੇ ਆਪਣੇ ਕੋਲ, ਜਿੰਨੇ ਵੀ ਸਮ ਨੇ ਸਾਰੇ ਹੋ ਜਾਣਗੇ। ਬਾਕੀ ਸ਼ਾਰਟਕਟ ਟ੍ਰਿਕ ਵੀ ਦੱਸਾਂਗੇ, ਬਿਨਾਂ ਫਾਰਮੂਲੇ ਤੋਂ ਵੀ ਆਪਾਂ ਸਮ ਕਰਾਂਗੇ। ਅੱਗੇ ਆਪਾਂ ਸਮ ਸ਼ੁਰੂ ਕਰਦੇ ਹਾਂ। ਦੇਖੋ ਪਹਿਲਾ ਸਮ ਆਪਾਂ किस तरह करांगे। पहले सम च अपने को की दिता है, एक वस्तु को 8,640 रुपये में बेचने पर दुकानदार को 4% का नुकसान होता है, तो वस्तु का लागत मूल्य कितना है। लागत मूल्य का मतलब आप CP पता करना है। CP देखो किस तरह पता करांगे। सब तो पहला उसनों की हो रहा है लॉस हो रहा है 4%। ਆਪਾਂ ਕੀ ਕਰਾਂਗੇ 100 ਵਿੱਚੋਂ 4 ਘਟਾਵਾਂਗੇ 96 96%। 96% ਬਰਾਬਰ ਆਪਾਂ ਕੀ ਲਿਖਾਂਗੇ ਹਮੇਸ਼ਾ SP ਕਿੰਨਾ ਦਿੱਤਾ ਹੈ 8,640 ਰੁਪਏ। ਹੁਣ ਆਪਾਂ ਕੱਢਣਾ ਕੀ CP ਕੱਢਣਾ ਹੁੰਦਾ ਜਦੋਂ ਵੀ ਆਪਾਂ 100% ਦੀ ਵੈਲਿਊ ਕੱਢਣੀ ਹੁੰਦੀ ਹੈ CP। ਹੁਣ ਇਹਨਾਂ ਨੂੰ ਕ੍ਰਾਸ ਮਲਟੀਪਲਾਈ ਕਰ ਦਿਓ, CP ਨੂੰ ਇੱਧਰ ਗੁਣਾ ਕਰੋ, परसेंटेज ਨਾਲ परसेंटेज ਕੱਟੀ ਜਾਏਗੀ, 100 ਨੂੰ ਇੱਧਰ ਗੁਣਾ ਹੋਏਗੀ, ਆਪਣੇ ਕੋਲ ਬਣ ਜਾਏਗਾ 8,640 ਗੁਣਾ 100 ਬਰਾਬਰ CP ਨੂੰ ਗੁਣਾ ਹੋਏਗੀ 96 ਤੇ 96 ਗੁਣਾ CP। ਹੁਣ ਆਪਾਂ CP ਪਤਾ ਕਰਨਾ ਹੈ, ਆ ਇਸ ਦੇ ਨੀਚੇ ਆ ਜਾਏਗਾ, ਇੱਥੇ ਵੀ ਸਿੱਧਾ ਤੁਸੀਂ ਕੱਟ ਸਕਦੇ ਹੋ। ਆਪਣੇ ਕੋਲ ਬਣੇਗਾ 8,640 ਗੁਣਾ 100 ਬਟਾ 96 ਬਰਾਬਰ CP। ਹੁਣ ਆਪਾਂ 16 ਦੇ ਪਾੜੇ 'ਚ ਕੱਟ ਸਕਦੇ ਹਾਂ। 16 ਛਿਕਾ 96, 16 5 80 ਬਣੇਗਾ, 16 5 80, 6 ਅਸਲ ਇੱਧਰ ਜਾਣਗੇ 64, 16 ਚੌਕਾ 64 ਨਾਲ ਇੱਕ 0 ਲੱਗ ਜਾਏਗੀ, ਫਿਰ 6 ਤੇ ਕੱਟ ਦਿਓ, 6 ਨਾਮ 54, 90 ਬਣ ਗਿਆ, 90 ਨੂੰ ਗੁਣਾ ਕਰ ਦਿਓ 100 ਨਾਲ, 9000 ਬਣ ਜਾਏਗਾ। 9000 ਆਪਣਾ ਆਨਸਰ ਆਏਗਾ। ਆਪਸ਼ਨ ਬਣੇਗੀ B। ਜੇਕਰ ਤੁਸੀਂ ਫਾਰਮੂਲੇ ਨਾਲ ਕਰਨਾ ਹੋਵੇ ਤਾਂ ਫਾਰਮੂਲੇ ਨਾਲ ਕਰ ਸਕਦੇ ਹੋ। ਫਾਰਮੂਲਾ ਦੇਖੋ ਕਿਸ ਤਰ੍ਹਾਂ ਕਰਾਂਗੇ। CP ਆਪਾਂ ਪਤਾ ਕਰਨਾ ਹੈ। CP ਦਾ ਫਾਰਮੂਲਾ ਆਪਾਂ ਜੋ ਕੀਤਾ ਸੀ, CP ਦਾ ਫਾਰਮੂਲਾ ਸੀ ਆਪਣੇ ਕੋਲ SP ਗੁਣਾ 100 ਡਿਵਾਈਡਡ ਬਾਏ ਪਲੱਸ ਮਾਈਨਸ ਪ੍ਰੋਫਿਟ ਜਾਂ ਲਾਸ। ਇਹ ਫਾਰਮੂਲਾ ਲਗਾ ਕੇ ਵੀ ਤੁਸੀਂ ਕਰ ਸਕਦੇ ਹੋ, ਇਹ ਸ਼ਾਰਟਕਟ ਟ੍ਰਿਕ ਵੀ ਲਗਾ ਸਕਦੇ ਹੋ। ਅੱਗੇ ਦੇਖੋ दूसरा सम भी सेम इस दे नाल दा ही है। देखो इस दे विच की दिता है, एक दुकानदार एक वस्तु को 5,280 रुपये में बेचता है और 12% की हानि होती है। देखो पहला हानि हो रही है, जे लॉस हो रहा है तो आप 100 विचों घटाउणा है, जे प्रॉफिट हो रहा है 100 विच आपां जोड़ांगे। फार्मूले आपां कीते सी, हुण 12 आपां घटा देंगे 100 विचों, हानि हो रही है 88 बनेगा। 88 बराबर हमेशा बराबर आप रखना होंदा वेच मुल। वेच किन्ने दी रहा है 5,280 रुपए दी। हुण देखो इस तो बाद यदि वह 12% मुनाफा कमाना चाहता है तो वस्तु को क्रय मूल्य कितना होगा। ਹੁਣ ਬੰਦੇ ਨੂੰ ਪ੍ਰੋਫਿਟ ਚਾਹੀਦਾ 12%, ਆਪਾਂ 100 ਦੇ ਵਿੱਚ 12 ਜੋੜਾਂਗੇ 112% ਬਰਾਬਰ ਆਪਾਂ ਜੋ ਪਤਾ ਕਰਨਾ ਹੈ ਉਹ ਆਪਾਂ ਲਿਖ ਦਿਆਂਗੇ, ਇਹ ਪਰਸੈਂਟੇਜ ਆਏਗਾ। ਪਰਸੈਂਟੇਜ ਨਾਲ ਪਰਸੈਂਟੇਜ ਕੱਟੀ ਜਾਏਗੀ, ਕ੍ਰਾਸ ਮਲਟੀਪਲਾਈ ਕਰ ਦਿਓ, ਆਪਾਂ ਗੁਣਾ ਕਰਾਂਗੇ 88 ਗੁਣਾ ਕੁਐਸਚਨ ਮਾਰਕ 112 ਗੁਣਾ 5,280। ਹੁਣ ਆਪਾਂ ਕੁਐਸਚਨ ਮਾਰਕ ਪਤਾ ਕਰਨਾ ਹੈ ਵੇਚ ਮੁੱਲ 112 ਗੁਣਾ 5,280 ਬਟਾ ਇਹ 88 ਨੀਚੇ ਆ ਜਾਏਗਾ। ਹੁਣ ਇਸ ਨੂੰ ਕੱਟ ਦਿਓ ਤੁਸੀਂ 4 ਤੇ, 4 दूनी 8, 4 दूनी 8, इस नूं 4 ते कट्टो, 13 चौका 52, 4 दूनी 8 0। ਹੁਣ ਦੇਖੋ ਇਸ ਨੂੰ ਕੱਟ ਦਿਓ ਤੁਸੀਂ 11 ਤੇ, ਇਹ ਕੱਟਿਆ ਜਾਏਗਾ 11 दूना 22, इस नूं 11 ते कट्टो,
11 एकम 11, फिर 2 ਅਸਲ ਇੱਧਰ ਜਾਣਗੇ, 11 दूना 22 ਨਾਲ 0 ਲੱਗੇਗੀ। ਹੁਣ 2 ਨਾਲ ਇਸ ਨੂੰ ਫਿਰ ਕੱਟ ਦਿਓ, ਇਹ ਕੱਟਿਆ ਜਾਏਗਾ। 6 दूनी 12, 5 दूनी 10 ਬਣੇਗਾ, 5 दूनी 10, 6 दूनी 12, ਆਪਣੇ ਕੋਲ ਬਚੇਗਾ 56 ਗੁਣਾ 120। ਹੁਣ ਇਸ ਨੂੰ ਗੁਣਾ ਕਰ ਦਿਓ, ਪਿੱਛੇ ਆ ਜਾਏਗੀ 0, 12 ਛਿਕਾ 72, ਅਸਲ 7, 12 5 60, 7 ਅਸਲ 67, 6720 ਰੁਪਏ ਦੀ ਵੇਚੇਗਾ। 6720। ਇੱਥੇ ਆਪਸ਼ਨ ਨਹੀਂ ਹੈਗੀ, ਇਹ ਆਪਸ਼ਨ ਗਲਤ ਹੈ, ਆਪਣਾ ਆਨਸਰ ਇਹ ਵਾਲਾ ਬਣੇਗਾ। ਇੱਥੇ ਲਿਖਦੇ ਹਾਂ ਆਪਾਂ 6720, ਇਹ ਆਨਸਰ ਬਣੇਗਾ। ਅੱਗੇ ਆਪਾਂ ਕਰਦੇ ਹਾਂ ਤੀਸਰਾ ਸਮ। ਅੱਗੇ ਤੀਸਰਾ ਸਮ ਦੇਖੋ, ਤੀਸਰੇ 'ਚ ਕੀ ਦਿੱਤਾ ਹੈ ਆਪਾਂ ਨੂੰ, ਔਨ ਸੇਲਿੰਗ ਐਨ ਆਰਟੀਕਲ ਫੋਰ 1352 ਰੁਪਏ, ਸ਼ੌਪਕੀਪਰ ਗੈਟ ਪ੍ਰੋਫਿਟ ਆਫ 4%, 4% ਉਸ ਨੂੰ ਪ੍ਰੋਫਿਟ ਹੋ ਰਿਹਾ ਹੈ। ਵਟ ਪ੍ਰਾਈਸ ਸ਼ੁੱਡ ਹੀ ਸੈਲ ਹੀ ਗੈਟ 14% ਪ੍ਰੋਫਿਟ। ਪਹਿਲਾਂ ਉਸਨੇ ਵੇਚਿਆ 1352 ਦਾ, 4% ਪ੍ਰੋਫਿਟ ਹੋਇਆ। ਹੁਣ ਉਸਨੇ 14% ਪ੍ਰੋਫਿਟ ਕਮਾਉਣਾ ਹੈ, ਕਿੰਨੇ ਦੀ ਵੇਚੇਗਾ? ਉਹੀ ਤਰੀਕਾ ਲਗਾਵਾਂਗੇ ਆਪਾਂ। ਸਭ ਤੋਂ ਪਹਿਲਾਂ ਪ੍ਰੋਫਿਟ ਕਿੰਨਾ ਹੋ ਰਿਹਾ? 4%। 100 ਦੇ ਵਿੱਚ 4 ਜੋੜ ਦਿਓ, 104 ਬਣੇਗਾ। 104% ਬਰਾਬਰ ਆਪਾਂ ਲਿਖਾਂਗੇ 1352 ਰੁਪਏ, 52 ਰੁਪਏ। ਫਿਰ ਬੰਦੇ ਨੂੰ ਪ੍ਰੋਫਿਟ ਕਿੰਨਾ ਚਾਹੀਦਾ? 14, 14 ਜੋੜੋ, 114% ਬਰਾਬਰ ਆਪਾਂ ਕੀ ਪਤਾ ਕਰਨਾ? SP ਲਿਖ ਦਿਓ, ਕ੍ਰਾਸ ਮਲਟੀਪਲਾਈ ਕਰ ਦਿਓ। ਇਸ ਨੂੰ ਇੱਧਰ ਗੁਣਾ ਕਰਾਂਗੇ, ਆਪਣੇ ਕੋਲ ਬਣ ਜਾਏਗਾ 1352 ਗੁਣਾ 114 ਬਰਾਬਰ SP ਗੁਣਾ 104। 104 ਇਸ ਦੇ ਨੀਚੇ ਆ ਜਾਏਗਾ, ਇੱਥੇ ਕੱਟਣਾ, ਇੱਥੇ ਕੱਟ ਦਿਓ। ਹੁਣ ਆਪਾਂ ਪਤਾ ਕਰਨਾ ਹੈ SP ਬਰਾਬਰ 1352 ਗੁਣਾ 114 ਬਟਾ 104। ਹੁਣ 13 ਤੇ ਕੱਟ ਦਿਓ, ਇਹ ਕੱਟਿਆ ਜਾਏਗਾ 13 ਏਕਮ 13, ਫਿਰ ਆਪਣੇ ਕੋਲ ਆਏਗੀ 0, 13 ਚੌਕਾ 52, ਇਸ ਨੂੰ ਕੱਟ ਦਿਓ 13 ਤੇ, 13 8 104। ਹੁਣ ਫਿਰ ਇਸ ਨੂੰ ਕੱਟ ਦਿਓ 8 ਤੇ, 13 8 104। ਹੁਣ ਆਪਾਂ ਗੁਣਾ ਕਰਾਂਗੇ 114 ਨੂੰ 13 ਤੇ ਆਪਣਾ ਆਨਸਰ ਬਣ ਜਾਏਗਾ 13 ਚੌਕਾ 52, ਅਸਲ ਆਪਣੇ ਕੋਲ 5 ਆਣਗੇ। ਫਿਰ 13 ਏਕਮ 13, 13 ਦੇ ਵਿੱਚ ਆਪਾਂ 5 ਜੋੜਾਂਗੇ, ਆਪਣੇ ਕੋਲ 18 ਅਸਲ, ਫਿਰ 1 ਆਏਗਾ, 13 ਏਕਮ 13, 13 ਤੇ 1 14, ਆਪਣੇ ਕੋਲ ਆਨਸਰ ਬਣ ਜਾਏਗਾ 1482 ਰੁਪਏ। ਆਪਸ਼ਨ ਬਣੇਗੀ C। ਅੱਗੇ चौथा सम देखो, चौथे च कह रहा है एक दुकानदार एक वस्तु को 18% के लाभ पर बेचता है। यदि उसको कोई लाभ न हानि होती हो तो उसको 99 रुपए प्राप्त होते हैं। वस्तु का लागत मूल्य CP आप पता करना है। सब तो पहले देखो प्रॉफिट कितना हो रहा है, 18%, आप लिखांगे 118। ये प्रॉफिट हो रहा है 100 में जोड़ांगे बराबर, वो कहता ना प्रॉफिट होवे ना लॉस, इसका मतलब 100 की चीज़ 100 ਦੇ ਵਿੱਚ ਆਪਾਂ ਵੇਚ ਦਿੱਤੀ। ਇਸ ਤੋਂ ਬਾਅਦ ਦੇਖੋ, ਇਸ ਤੋਂ ਬਾਅਦ ਕਹਿ ਰਿਹਾ ਇਹਨਾਂ ਦਾ ਡਿਫਰੈਂਸ ਕੱਢੋ, ਕਿੰਨਾ ਬਣ ਜਾਏਗਾ? 18%। 18% ਦੀ ਚੀਜ਼ ਉਹ ਕਹਿੰਦਾ ਜਦੋਂ 18% ਪ੍ਰੋਫਿਟ ਤੇ ਨਾ ਲਾਭ ਹੋਵੇ ਨਾ ਹਾਨੀ ਹੋਵੇ ਤੇ ਕਿੰਨੇ ਰੁਪਏ ਕਮ ਮਿਲਦੇ ਨੇ? ਉਸ ਨੂੰ ਘੱਟ ਮਿਲ ਰਹੇ ਨੇ 99। ਇਹ ਆਪਾਂ ਬਰਾਬਰ 'ਚ ਲਿਖਾਂਗੇ। ਹੁਣ ਆਪਾਂ CP ਪਤਾ ਕਰਨਾ ਹੈ। ਜਦੋਂ CP ਪਤਾ ਕਰਨਾ ਹੋਵੇ 100% ਦੀ ਆਪਾਂ ਵੈਲਿਊ ਪਤਾ ਕਰਨੀ ਹੁੰਦੀ ਹੈ, ਬਰਾਬਰ ਆਨਸਰ ਪਤਾ ਆ ਜਾਏਗਾ। ਕ੍ਰਾਸ ਮਲਟੀਪਲਾਈ ਕਰ ਦਿਓ, ਇਸ ਨੂੰ ਗੁਣਾ ਕਰੋ, ਆਪਣੇ ਕੋਲ ਬਣੇਗਾ 99 ਗੁਣਾ 100 ਬਰਾਬਰ ਕੁਐਸਚਨ ਮਾਰਕ 18%। ਕੁਐਸਚਨ ਮਾਰਕ ਦੀ ਆਪਾਂ ਵੈਲਿਊ ਪਤਾ ਕਰਨੀ ਹੈ, 99 ਗੁਣਾ 100 ਬਟਾ ਆ ਜਾਏਗਾ 18। ਇਸ ਨੂੰ ਕੱਟ ਦਿਓ, 9 ਤੇ ਕੱਟ ਦਿਓ, 9 दूनी 18, इस 9 तो कट्टो, 11 9 99, फिर इस कट दो 50 ते, अगे 11 5 55, 55 आ जाएगा।
ਨਾਲ 0 ਲਗਾ ਦਿਓ 550 ਆਨਸਰ ਬਣੇगा ए ऑप्शन। पंजवां सम देखो, पंजवें की लिखा है एक व्यक्ति अपनी वस्तु को 4% नुकसान पर बेचता है। यदि वह इसे 49.50 रुपये में बेचता है तो उसे 5% लाभ होता है। लागत मूल्य पता करें। लागत मूल्य ਆਪਾਂ पता करना है। सब तो पहले देखो की करांगे ਆਪਾਂ 4% नुकसान हो रहा है, 100 ਵਿੱਚੋਂ 4 ਘਟਾਓ 96 बचेगा, 96% बराबर। ਹੁਣ देखो ਅੱਗੇ ਆਪਾਂ ਕੀ ਕਹਿ ਰਿਹਾ ਕਿੰਨਾ ਹੋ ਰਿਹਾ, ਜੇਕਰ ਵੇਚ ਰਿਹਾ 49 ਦੀ, ਜੇਕਰ ਵੇਚ ਰਿਹਾ 49.50 ਕਹਿੰਦਾ ਉਸਨੂੰ ਮੋਰ ਦੈਨ 5% ਪ੍ਰੋਫਿਟ ਕਿੰਨਾ ਹੋਏਗਾ 5, 100 ਵਿੱਚ ਜੋੜ ਦਿਓ 105। ਹੁਣ ਦੇਖੋ ਇਹਨਾਂ ਦੋਨਾਂ ਦਾ ਡਿਫਰੈਂਸ ਕੱਢੋ ਕਿੰਨਾ ਆਏਗਾ 9% ਬਰਾਬਰ ਕੀ ਆ ਗਿਆ ਆਪਣੇ ਕੋਲ 49.50। ਆਪਾਂ ਕੋਸਟ ਪ੍ਰਾਈਸ ਕੱਢਣਾ, ਜਦੋਂ ਕੋਸਟ ਪ੍ਰਾਈਸ ਕੱਢਣਾ 100 ਦੀ ਵੈਲਿਊ ਨਿਕਾਲਾਂਗੇ 100% ਬਰਾਬਰ CP। ਹੁਣ ਕ੍ਰੋਸ ਮਲਟੀਪਲਾਈ ਕਰੋ ਆਨਸਰ, ਇਸ ਤੋਂ ਬਾਅਦ ਕ੍ਰੋਸ ਮਲਟੀਪਲਾਈ ਕਰੋ, ਇਸ ਨੂੰ ਆਪਾਂ ਗੁਣਾ ਕਰਾਂਗੇ ਇਹ ਬਣੇਗਾ 49.50 ਗੁਣਾ 100 ਬਰਾਬਰ ਆ ਜਾਏਗਾ 9 ਗੁਣਾ CP। ਹੁਣ ਇਸ ਦਾ ਪੁਆਇੰਟ ਆਪਾਂ ਹਟਾ ਦਿਆਂਗੇ 49.50 ਗੁਣਾ 100 ਨੀਚੇ ਆ ਜਾਏਗਾ 100 ਬਰਾਬਰ ਆ ਜਾਏਗਾ 9 ਗੁਣਾ CP। 100 ਨਾਲ 100 ਨੂੰ ਕੱਟ ਦਿਓ, ਆਪਾਂ CP ਪਤਾ ਕਰਨਾ ਹੈ 9 ਇਸ ਦੇ ਨੀਚੇ ਆ ਜਾਏਗਾ, ਜਾਂ ਆਪਾਂ 9 ਨੂੰ ਇੱਥੇ ਸਿੱਧਾ ਹੀ ਕੱਟ ਦਿਆਂਗੇ, ਇਸ ਨੂੰ ਕੱਟ ਦਿਓ 9 ਨਾਲ 9 5 45, ਫਿਰ 4 ਇੱਧਰ ਅਸਲ ਜਾਣਗੇ 9 5 45 ਨਾਲ 0 ਲੱਗੇਗੀ, CP ਕਿੰਨਾ ਆ ਜਾਏਗਾ 550 रुपये। ये अपना आंसर बनेगा 550, डी ऑप्शन बनेगी। छेवां सम देखो, ये शॉपकीपर सोल्ड एन आर्टिकल 5% प्रॉफिट, 5% प्रॉफिट कह रहे 100 ਦੇ ਵਿੱਚ ਆਪਾਂ ਜੋੜਾਂਗੇ 105%, 105% देखो इस तो बाद ही हैड सोल्ड 77 रुपये, इत्थे लिखांगे 77 रुपये, लैस दैन ई गैट 9% लॉस कितना हो रहा 9%, इत्थे आप लिखांगे लॉस 100 विचों 9 घटावांगे 91% आ जाएगा। फिर कहता है एट वट प्राइस शुड ही सोलिड इट सो दैट ही गैट 26% प्रॉफिट। देखो इन्होंने दोनों का डिफरेंस कड्डो, पहले डिफरेंस कितना आएगा 14%, 14%। देखो इस तो बाद आप प्रॉफिट परसेंटेज ते पता करना है, 26% प्रॉफिट हो रहा है 100 ਦੇ ਵਿੱਚ ਆਪਾਂ 26 जोड़ देंगे 126, ਆਪਾਂ 26% प्रॉफिट निकालना है। अगे की कह रहा है इस तो बाद बेच मुल पता कर दो, क्रॉस मल्टीप्लाई इनू इधर गुणा करोगे ये बनेगा 14 गुणा क्वेश्चन मार्क, इनू गुणा कर दो 77 गुणा 126, बस आप इनू सॉल्व करांगे आंसर बन जाएगा 77 गुणा 126 बटा 14। हुण कट दो 7 ते 7 दूनी 14, इसनू 7 ते कट्टो 11 7 77, फिर इसनू 2 कट दो 6 दूनी 12 बन जाएगा 3 दूनी। हुण 63 नूं 11 ते गुणा कर दो, 63 नूं गुणा 11 ते करांगे ते अपना आंसर आ जाएगा 3 9 6 693, 693 ए ऑप्शन बनेगी। अगे 7वां सम देखो, 7वें सम की कह रहे हैं अ शॉपकीपर सेल्स एन आर्टिकल 22% प्रॉफिट इफ ही बॉट इट एट 12% लैस प्राइस एंड सोल्ड इट 25% प्रॉफिट दैन ही गेट 66 लैस वट इज कॉस्ट प्राइस ऑफ आर्टिकल। देखो सब तो पहला किस तरह करांगे, 100 रुपए की चीज़ सी, 100 रुपए की वस्तु सी, उसते प्रॉफिट कितना कमाया 22%, जोड़ दो 122 रुपए आ जाएगा। हुण देखो उही चीज़ 12% लैस ते मिल रही है, पहला 100 की मिलती सी, हुण कितनी 12 घट दी, 100 विचों 12 घटा दिओ 88, हुण 88 रुपए की या 88% की मिल रही है 88 रुपए की।
ਜੇ 88 ਰੁਪਏ ਦੀ ਮਿਲ ਰਹੀ ਹੈ ਤੇ ਉਹ ਪ੍ਰੋਫਿਟ ਕਿੰਨਾ ਕਮਾ ਰਿਹਾ 25%। 88 ਤੇ 25% ਦਾ ਪ੍ਰੋਫਿਟ ਵੀ ਕਮਾ ਰਿਹਾ। ਹੁਣ 88 ਦਾ 25% ਪ੍ਰੋਫਿਟ ਕੱਢ ਦਿਓ ਇੱਥੇ। 88 ਗੁਣਾ 25 ਬਟਾ 100, 25 ਚੌਕਾ 100 ਆ ਜਾਏਗਾ। ਇਹਨੂੰ ਕੱਟ ਦਿਓ, 4 ਦੂਣੀ 8, 22 ਰੁਪਏ। 22 ਰੁਪਏ ਪ੍ਰੋਫਿਟ ਕਮਾ ਰਿਹਾ ਹੈ ਤੇ 22 ਰੁਪਏ ਆਪਾਂ ਇਸ ਦੇ ਵਿੱਚ ਜੋੜ ਦਿਆਂਗੇ। 88 ਦੇ ਵਿੱਚ 22 ਜੋੜਾਂਗੇ 110 ਬਣ ਜਾਏਗਾ, 110 ਰੁਪਏ। ਹੁਣ ਦੇਖੋ ਇਹਨਾਂ ਦੋਨਾਂ ਦੇ ਪਹਿਲੇ ਆਪਾਂ ਨੂੰ ਪਰਸੈਂਟੇਜ ਵੈਲਿਊ ਸੀ, ਹੁਣ ਪਰਸੈਂਟੇਜ ਨਹੀਂ ਵੈਲਿਊ ਦਿੱਤੀ, ਹੁਣ ਆਪਾਂ ਪਰਸੈਂਟੇਜ ਬਣਾਉਣੀ ਹੈ। ਇਹਨਾਂ ਨੂੰ ਆਪਾਂ ਘਟਾ ਦਿਆਂਗੇ, ਘਟਾਵਾਂਗੇ ਕਿੰਨਾ ਬਣੇਗਾ, ਇੱਥੇ ਬਣ ਜਾਏਗਾ 12% ਹੈ। ਹੁਣ ਦੇਖੋ 12% ਬਰਾਬਰ ਕਿੰਨਾ ਲੈਸ ਆ ਰਿਹਾ ਹੈ 66। 66 ਆਪਾਂ ਬਰਾਬਰ 'ਚ ਲਿਖਾਂਗੇ ਤੇ 100% ਦੀ ਵੈਲਿਊ ਕੱਢਣੀ, ਕਿਉਂਕਿ CP ਕੱਢਣਾ ਹੈ। 100% ਦੀ ਵੈਲਿਊ ਕ੍ਰੋਸ ਮਲਟੀਪਲਾਈ ਕਰ ਦਿਓ, ਇਹ ਬਣ ਜਾਏਗਾ 66 ਗੁਣਾ 100 ਬਰਾਬਰ ਬਣ ਜਾਏਗਾ 12 ਗੁਣਾ CP। ਇਸ ਨੂੰ ਕੱਟ ਦਿਓ, ਕੱਟਿਆ ਜਾਏਗਾ 6 ਤੇ, ਪਹਿਲਾ ਬਣੇਗਾ 6 ਦੂਣੀ 12, ਇਸ ਨੂੰ 6 ਤੇ ਕੱਟੋ 11, ਫਿਰ 2 ਤੇ ਇਹਨੂੰ ਕੱਟੋ, ਇਹ ਬਣ ਜਾਏਗਾ 50, ਗੁਣਾ ਕਰ ਦਿਓ 11 5 55, ਆਨਸਰ ਬਣ ਜਾਏਗਾ 550। ਆਪਸ਼ਨ B ਬਣੇਗੀ। ਇਹ ਪਹਿਲਾ ਤਰੀਕਾ ਹੈ। ਹੁਣ ਅੱਗੇ ਮੈਂ ਦੂਸਰੇ ਤਰੀਕੇ ਨਾਲ ਦੱਸਦਾ ਇਸ ਨੂੰ ਆਪਾਂ ਕਿਸ ਤਰ੍ਹਾਂ ਕਰ ਸਕਦੇ ਹਾਂ। ਦੂਸਰਾ ਤਰੀਕਾ ਦੇਖੋ, ਦੂਸਰੇ ਤਰੀਕੇ 'ਚ ਆਪਾਂ ਕੀ ਕਰਾਂਗੇ, ਸਭ ਤੋਂ ਪਹਿਲਾਂ CP ਮੰਨਾਂਗੇ 100। CP 100 ਆ ਗਿਆ। ਪ੍ਰੋਫਿਟ ਕਿੰਨਾ ਦਿੱਤਾ ਹੈ ਆਪਣੇ ਕੋਲ, ਪ੍ਰੋਫਿਟ ਦਿੱਤਾ ਹੈ 22% ਹੈ। ਹੁਣ ਇੱਥੋਂ ਆਪਾਂ SP ਕੱਢ ਸਕਦੇ ਹਾਂ, SP 1 ਕੱਢ ਲਓ। 100 ਦੇ ਵਿੱਚ 22 ਜੋੜ ਦਿਆਂਗੇ 122% ਬਣ ਜਾਏਗਾ। ਹੁਣ ਦੇਖੋ CP2 ਮੰਨੋ, CP2 ਕਿੰਨਾ ਕਹਿ ਰਿਹਾ, ਕਹਿ ਰਿਹਾ 62, ਉਹ ਖਰੀਦ ਕਿੰਨੇ ਦੇ ਰਿਹਾ 12% ਲੈਸ ਤੇ। 100 ਵਿੱਚੋਂ 12 ਘਟਾਓ 88 ਰੁਪਏ, 88 ਰੁਪਏ ਤੇ ਪ੍ਰੋਫਿਟ ਕਿੰਨਾ ਹੋ ਰਿਹਾ 25%, ਪ੍ਰੋਫਿਟ ਲਿਖੋ 25%। ਹੁਣ ਇਸ ਤੋਂ ਆਪਾਂ ਪਤਾ ਕਰ ਸਕਦੇ ਹਾਂ SP। SP ਕਿਸ ਤਰ੍ਹਾਂ ਆਪਾਂ ਪਤਾ ਕਰਦੇ ਸੀ, ਫਾਰਮੂਲਾ ਲਗਾ ਦਿਓ ਬਸ ਉਹੀ, SP2 ਬਰਾਬਰ ਆਪਾਂ ਕਿਸ ਤਰ੍ਹਾਂ ਕਰਦੇ ਸੀ, 88 ਗੁਣਾ 125 ਬਟਾ 100, ਇਸ ਨੂੰ ਕੱਟ ਦਿਓ, 25 ਚੌਕਾ 100, 25 5 125, 4 ਨੂੰ ਇਸ 'ਤੇ ਕੱਟ ਦਿਓ, 4 ਦੂਣੀ 8, 4 ਦੂਣੀ 8, ਅੱਗੇ ਗੁਣਾ ਕਰ ਦਿਓ, 5 ਦੂਣੀ 10, 5 ਦੂਣੀ 10 ਤੇ 1 11। ਹੁਣ ਆਪਾਂ ਕੀ ਕਰਾਂਗੇ, SP1 ਮਾਈਨਸ SP2 ਬਰਾਬਰ ਕੀ ਲਿਖਾਂਗੇ, ਲੈਸ ਕਿੰਨਾ 66, 66 ਲਿਖ ਦਿਆਂਗੇ। ਹੁਣ SP ਵਿੱਚੋਂ ਘਟਾ ਦਿਓ, 122 ਮਾਈਨਸ 110 ਬਰਾਬਰ ਲਿਖਾਂਗੇ 66। ਹੁਣ ਇਸ ਨੂੰ ਘਟਾਓ, ਆਪਣੇ ਕੋਲ ਬਣੇਗਾ 12 ਰੁਪਏ ਬਰਾਬਰ 66, 1 ਰੁਪਏ ਦੀ ਵੈਲਿਊ ਕੱਢੋ, ਆਪਣੇ ਕੋਲ ਬਣ ਜਾਏਗਾ 66 ਬਟਾ 12 ਤੇ 100% ਦਾ ਪਤਾ ਕਰਨਾ ਹੈ ਆਪਾਂ। ਇਸ ਨੂੰ ਸੋਲਵ ਕਰੋ, ਆਨਸਰ ਬਣ ਜਾਏਗਾ। ਇਸ ਨੂੰ ਕੱਟ ਦਿਓ, 6 ਦੂਣੀ 12, ਇਸ ਨੂੰ 6 ਤੇ ਕੱਟੋ 11, ਆਪਣੇ ਕੋਲ ਬਣ ਜਾਏਗਾ 1100 ਬਟਾ 2, ਕੱਟ ਦਿਓ 550, ਇਹ ਬਣੇਗਾ ਆਨਸਰ B। ਇਹ ਦੂਸਰਾ ਤਰੀਕਾ ਸੀ, ਤੁਸੀਂ ਜਿਹੜਾ ਮਰਜ਼ੀ ਲਗਾ ਸਕਦੇ ਹੋ। 8ਵਾਂ ਸਮ ਸੇਮ ਉਸ ਦੇ ਨਾਲ ਦਾ ਹੈ, ਕਿਸ ਤਰ੍ਹਾਂ ਕਰਾਂਗੇ, ਕਹਿ ਰਹੇ ਇੱਕ ਸ਼ੌਪਕੀਪਰ ਸੇਲ ਆਰਟੀਕਲ 2% ਪ੍ਰੋਫਿਟ। ਆਪਾਂ ਉਹੀ ਚੀਜ਼ ਮੰਨਾਂਗੇ, 100 ਰੁਪਏ ਦੀ ਚੀਜ਼ ਸੀ ਤੇ ਉਸ ਬੰਦੇ ਨੇ ਕਿੰਨੇ 2% ਪ੍ਰੋਫਿਟ ਕਮਾਇਆ, 102% ਆ ਜਾਏਗਾ। ਫਿਰ ਦੇਖੋ ਇਸ ਤੋਂ ਬਾਅਦ ਕੀ ਕਹਿ ਰਿਹਾ ਹੈ, 20% ਲੈਸ। ਪਹਿਲਾਂ 100 ਦੀ ਚੀਜ਼ ਮਿਲਦੀ ਸੀ, ਹੁਣ 80 ਰੁਪਏ ਦੀ ਮਿਲ ਰਹੀ ਹੈ, 80 ਰੁਪਏ ਦੀ, ਤੇ ਪ੍ਰੋਫਿਟ ਕਿੰਨਾ ਕਮਾ ਰਿਹਾ ਹੈ 35%। ਇਸ ਦਾ 35% ਕੱਢ ਦਿਓ, 35%, ਇੱਥੇ ਆਪਾਂ ਕੱਢਦੇ ਹਾਂ 35% 80 ਦਾ, 80 ਗੁਣਾ 35 ਬਟਾ 100, 0 ਨਾਲ 0 ਕੱਟ ਦਿਓ, 5 7 35, 5 ਦੂਣੀ 10, ਇਸ ਨੂੰ ਕੱਟੋ 4, 7 ਚੌਕਾ 28। ਹੁਣ 28 ਜੋੜ ਦਿਓ 80 ਦੇ ਵਿੱਚ, ਕਿੰਨਾ ਪ੍ਰੋਫਿਟ ਹੋਇਆ 28 ਰੁਪਏ, ਇਹ ਜੋੜ ਦਿਓ, ਇਸ ਦੇ ਵਿੱਚ ਜੋੜਾਂਗੇ 8, 8 ਤੇ 2 10, 108% ਹੀ ਮੰਨ ਲਓ। ਹੁਣ ਇਹਨਾਂ ਦੋਨਾਂ ਦਾ ਡਿਫਰੈਂਸ ਕੱਢੋ, ਕਿੰਨਾ ਬਣੇਗਾ, ਇਹਨਾਂ ਦੋਨਾਂ ਦਾ ਡਿਫਰੈਂਸ ਬਣੇਗਾ 6%। 6% ਬਰਾਬਰ ਆਪਾਂ ਕੀ ਲਿਖਣਾ ਹੁੰਦਾ ਹੈ, ਲੈਸ ਕਿੰਨਾ ਕਹਿ ਰਿਹਾ ਹੈ, ਹੁਣ ਲੈਸ ਨਹੀਂ, ਹੁਣ ਮੋਰ ਕਹਿ ਰਿਹਾ, ਮੋਰ ਕਹਿ ਰਿਹਾ
9 9 लिख दो। ਆਪਾਂ वैल्यू ਕੱਢਣੀ है 100% की, क्योंकि CP पता करना है। क्रॉस मल्टीप्लाई कर दो। 9 गुणा 100 बराबर बनेगा क्वेश्चन मार्क, इसके नीचे आ जाएगा 9 गुणा 100 बटा 6 बराबर क्वेश्चन मार्क। इसनों कट दो 3 ते, 3 तीए 9, 3 दूनी 6, फिर इनू इस ते कट दो, ये बन जाएगा 50, 5 ती 15, 150, 150 रुपया आंसर आएगा। सी ऑप्शन बनेगी। नौवां सम सेम इस दे नाल दा ही है। नौवां देखो किस तरह करांगे। देखो 15% प्रॉफिट हो रहा है, ਆਪਾਂ ਮੰਨਾਂਗੇ 100 रुपए की चीज़ सी ते प्रॉफिट 15, ਆਪਾਂ जोड़ांगे 115% आ जाएगा। इस तो बाद देखो फिर कहता 25% लैस ते, पहला 100 की चीज़ मिलती सी, हुण मिल रही है 25% घट, 75 रुपए आ जाएगा। 75 रुपए। हुण देखो इस तो बाद की कह रहा है 32% प्रॉफिट कमा रहा है, इस दे विच 32% प्रॉफिट कमा रहा है। हुण 75 का 32% कट दो, 32 बटा 100, इसनू कटो 25 तीया 75, 25 चौका 100, 4 नूं इस ते कट दो, 8 चौका 32, 8 तीया 24, 24 रुपए उसनू प्रॉफिट होया। हुण 75 दे विच 24 जोड़ दो, ये जोड़ांगे आपां 5 ते 4 9 बनेगा, 7 2 9 बनेगा 99। 115 विचों 99 घटा दो, 15 विचों 9 जाणगे 6 बचेगा, इत्थे लिखांगे 6, इत्थे अपने कोल 1 आ जाएगा। 16% आपां लिखांगे 16% बराबर किन्ने ते लैस है 68 ते, 68 बराबर लिख दो। आपां 100% की वैल्यू निकालनी है, बस आंसर बन जाएगा 68 गुणा 100 बराबर आ जाएगा क्वेश्चन मार्क 16, इसनू कट दो, 4 चौके 16, इसनू 4 ते कटो, 25 चौका 100, फिर 4 नूं इस ते कट दो 17, 17 चौका 68, 17 गुणा 25 कर दो, आंसर बन जाएगा। पहला करांगे 17 5 85, हासिल बनणगे 5, 17 दूना 34, 34 दे विच आपां जोड़ांगे 8, अपने कोल बनेगा 42, 42 425 रुपए आंसर आएगा ए ऑप्शन। अगे 11 नंबर सम देखो। 11 च की कह रहा है, एक दुकानदार कुछ वस्तुएं 5 रुपए में 4 की दर से खरीदता है और 7 रुपए में 5 की दर से बेचता है, लाभ और हानि बताएं। इस तरह का कोई भी सम आ जाए, आपां क्वांटिटी बराबर करांगे, वस्तुओं की संख्या बराबर करांगे। पहला की कह रहा है आपां नूं कि 4 5 रुपए दियां 4 वस्तुआं ने सीपी कर रहा, खरीद रहा, सीपी कर रहा किन्ने दियां 5 रुपए दियां। इस तो बाद देखो फिर कहता है कि 5 वस्तुआं ने एसपी किन्ने दी कर रहा है 7 रुपए दियां। हुण इस तरह का कोई भी सम आएगा, आपां क्वांटिटी बराबर करनी है, संख्या बराबर करांगे। संख्या किस तरह बराबर होएगी, 5 नाल गुणा कर देना इधर ते 4 नाल गुणा कर देना इधर, जिहड़ी उपर वाली नीचे नाल, नीचे वाली उपर। जे 5 नाल इधर गुणा किया है तो 5 नाल गुणा इधर होएगा संख्या नूं। जे 4 नाल इधर गुणा किया है तो 4 नाल इधर होएगा। इनू गुणा करो 5 चौका 20, 20 बन जाएगा। इनू गुणा करो 5 5 25, 25, इनू गुणा करो 20, ये बन जाएगा 7 चौका 28। ये अपने को CP है, ये अपने को SP है। हुण वस्तुआं बराबर हो गई। 20 वस्तुआं ने खरीदा किन्ने दी 25 दियां, ते 20 वस्तुआं ने वेचदा किन्ने दी 28 दियां। प्रॉफिट कितना हो जाएगा 3 रुपए। पर आपां नूं पुछया प्रॉफिट प्रतिशत, प्रॉफिट प्रतिशत का फार्मूला की हुंदा P बटा CP गुणा 100, बस यही फार्मूला लगा दो। नीचे आएगा CP, CP कितना 25, 25 लिखो गुणा 100, इनू बस कट दो, 25 चौका 100, 4 तीए 12, 12% प्रॉफिट आ जाएगा। सी ऑप्शन बनेगी। 12 नंबर सेम ही क्वेश्चन इस दे नाल दा। अगे कहंदा 7 वस्तुआं, देखो इस दे विच की लिखिया है 7 वस्तुआं 6 रुपए दियां खरीद रहा। वस्तुआं किन्नियां ने 7,
ਸੀਪੀ ਕਰ ਰਿਹਾ ਹੈ 6 ਰੁਪਏ ਦੀਆਂ। ਫਿਰ ਅੱਗੇ ਦੇਖੋ ਵਸਤੂਆਂ ਕਿੰਨੀਆਂ ਨੇ 5, ਐਸਪੀ ਕਿੰਨੇ ਦੀ ਕਰ ਰਿਹਾ ਹੈ 4 ਰੁਪਏ ਦੀਆਂ। ਬਸ ਕੁਆਂਟਿਟੀ ਬਰਾਬਰ ਕਰ ਦਿਓ, ਇਸ ਨੂੰ ਗੁਣਾ ਕਰ ਦਿਓ 5 ਨਾਲ, ਇਸ ਨੂੰ ਗੁਣਾ ਕਰ ਦਿਓ 7 ਨਾਲ। ਦੇਖੋ 5 ਸੱਤਾ 35, 35 ਆ ਜਾਏਗਾ। ਹੁਣ 35 ਵਸਤੂਆਂ ਨੇ, ਸੀਪੀ ਕਿੰਨੇ ਦੀ ਕਰ ਰਿਹਾ, 5 ਨੂੰ ਗੁਣਾ ਇੱਧਰ ਵੀ ਹੋਣੀ ਹੈ, 5 ਛਿਕਾ 30, 30 ਰੁਪਏ ਦੀਆਂ। 5 ਸੱਤਾ 35, 35 ਲਿਖ ਦਿਓ। ਐਸਪੀ ਕਿੰਨੇ ਦੀ ਕਰ ਰਿਹਾ, 7 ਚੌਕਾ 28। ਹੁਣ ਦੇਖੋ 35 ਵਸਤੂਆਂ ਨੇ, ਖਰੀਦਾ ਕਿੰਨੇ ਦੀਆਂ 30 ਦੀਆਂ, ਵੇਚਦਾ ਕਿੰਨੇ ਦੀ 28 ਦੀਆਂ। ਹੁਣ ਉਸ ਨੂੰ ਕੀ ਹੋਏਗਾ ਨੁਕਸਾਨ, ਹਾਨੀ ਕਿੰਨੇ ਦੀ ਹੋਏਗੀ 2 ਰੁਪਏ ਦੀ। ਪਰ ਆਪਾਂ ਪਤਾ ਕੀ ਕਰਨਾ ਹੈ, ਪਰਸੈਂਟੇਜ 2/CP, ਸੀਪੀ ਕਿੰਨਾ ਆਏਗਾ ਨੀਚੇ 30 ਆ ਜਾਏਗਾ। 100 ਨਾਲ ਆਪਾਂ ਕਰ ਦਿਆਂਗੇ ਸੋਲਵ, 0 ਨਾਲ 0 ਕੱਟ ਦਿਓ, ਇਹ ਬਣ ਜਾਏਗਾ 20, 20/3। ਪਹਿਲਾਂ ਆਪਾਂ ਸੋਲਵ ਕਰਾਂਗੇ 6 ਤੀਏ 18, ਫਿਰ 2 ਅਸਲ ਜਾਣਗੇ, ਫਿਰ 6, ਫਿਰ 7। ਆਪਸ਼ਨ ਆਪਣੇ ਕੋਲ ਦੇਖੋ ਕਿਹੜੀ ਬਣੇਗੀ, ਏ। ਆਂਸਰ ਬਣ ਜਾਏਗਾ 6.67, ਲਾਸ ਹੋਏਗਾ ਉਸਨੂੰ। ਅੱਗੇ 13 ਨੰਬਰ ਸਮ ਦੇਖੋ। 13 'ਚ ਕੀ ਲਿਖਿਆ ਹੈ, 7 8 ਰੁਪਏ ਦੀ ਖਰੀਦ ਰਿਹਾ, 7 ਵਸਤੂਆਂ ਨੇ 8 ਰੁਪਏ ਦੀਆਂ ਖਰੀਦ ਰਿਹਾ, ਸੀਪੀ ਕਰ ਰਿਹਾ। ਫਿਰ ਦੇਖੋ ਵਸਤੂਆਂ ਕਿੰਨੀਆਂ ਨੇ 5, 5 ਵਸਤੂਆਂ ਨੇ, ਐਸਪੀ ਕਿੰਨੇ ਦੀ ਕਰ ਰਿਹਾ 6 ਰੁਪਏ ਦੀਆਂ। ਬਸ ਉਹੀ ਤਰੀਕਾ ਲਗਾਓ, ਇੱਧਰ 5 ਨਾਲ ਗੁਣਾ ਕਰੋ, ਇੱਧਰ ਵੀ 5 ਨਾਲ ਹੋਏਗੀ, ਇੱਧਰ 7 ਨਾਲ ਗੁਣਾ ਕਰੋ, ਇੱਧਰ ਵੀ 7 ਨਾਲ ਹੋਏਗੀ। ਬਸ ਜਿੰਨੀ ਵੀ ਕੁਆਂਟਿਟੀ ਦਿੱਤੀ ਹੈ ਵਸਤੂਆਂ ਦੀ ਸੰਖਿਆ ਗੁਣਾ ਦੋਨਾਂ ਪਾਸੇ ਕਰ ਦੇਣੀ ਹੈ। 7 5 35, 35, 35 ਵਸਤੂਆਂ ਨੇ, ਸੀਪੀ ਕਿੰਨੇ ਦੀ ਕਰ ਰਿਹਾ 8 5 40, ਇਹ ਵਾਲਾ 40 ਬਣ ਜਾਏਗਾ। ਫਿਰ 7 5 35, 35 ਵਸਤੂਆਂ ਨੇ, ਐਸਪੀ ਕਿੰਨੇ ਦੀ ਕਰ ਰਿਹਾ 7 ਛਿਕਾ 42, 42 ਰੁਪਏ ਦੀਆਂ। ਹੁਣ ਖਰੀਦਾ ਕਿੰਨੇ ਦੀ 40 ਦੀ, ਵੇਚਦਾ ਕਿੰਨੇ ਦੇ 42 ਦੀ, ਪ੍ਰੋਫਿਟ ਕਿੰਨਾ ਹੋਏਗਾ 2 ਰੁਪਏ ਦਾ। ਹੁਣ ਆਪਾਂ ਪ੍ਰੋਫਿਟ ਪ੍ਰਤੀਸ਼ਤ ਕੱਢਣਾ ਹੈ, 2/CP, ਸੀਪੀ ਕਿੰਨਾ ਬਣੇਗਾ 40, ਗੁਣਾ ਕਰਾਂਗੇ 100 ਨਾਲ, 0 ਨਾਲ 0 ਕੱਟ ਦਿਓ, 2 ਨਾਲ 2 ਕੱਟ ਦਿਓ। ਹੁਣ ਇਹਨੂੰ 2 ਨੂੰ 5 ਤੇ ਕੱਟਾਂਗੇ, 5 ਦੂਣੀ 10, 5% ਪ੍ਰੋਫਿਟ ਹੋਏਗਾ, ਇਹ ਆਪਸ਼ਨ ਬਣੇਗੀ। ਅੱਗੇ 14 नंबर सम देखो। एक दुकानदार कुछ वस्तुएं 10 रुपए में 2 की दर से खरीदता है। पहला की कह रहा है 10 रुपए दी 9 की दर से, 9 वस्तुआं ने, सीपी किन्ने दी करता है 10 रुपए दियां, 10 रुपए लिख लो। फिर कह रहा है 11 वस्तुआं ने, सीपी किन्ने दी करता है 10 रुपए दियां। ਹੁਣ ਇਸ ਨੂੰ ਕੁਆਂਟਿਟੀ ਬਰਾਬਰ ਫਿਰ ਕਰੋ, ਇਸ ਨੂੰ ਗੁਣਾ ਕਰ ਦਿਓ 11 ਨਾਲ, ਇਸ ਨੂੰ ਗੁਣਾ ਕਰ ਦਿਓ 9 ਨਾਲ, ਫਿਰ 11 ਨੇ ਇੱਧਰ ਗੁਣਾ ਹੋਏਗੀ, ਇਹ ਬਣ ਜਾਏਗਾ 99 ਵਸਤੂਆਂ ਸੀਪੀ ਕਰਦਾ ਹੈ। 11 ਨੂੰ 10 ਤੇ ਗੁਣਾ ਕਰੋ ਇੱਧਰ ਵੀ, ਇਹ ਬਣ ਜਾਏਗਾ 110। ਫਿਰ 9 ਨੂੰ ਇੱਧਰ ਵੀ ਗੁਣਾ ਕਰਨੀ ਪੈਣੀ ਆਪਾਂ ਨੂੰ, ਇਹ ਬਣ ਜਾਏਗਾ 11 9 99, ਸੀਪੀ ਕਿੰਨੇ ਦਾ ਕੀਤਾ 90। ਹੁਣ ਜੋੜ ਦਿਓ, 9 ਤੇ 9 18, 9 ਤੇ 9 18 ਤੇ 1 19, 198 ਵਸਤੂਆਂ ਨੇ, ਸੀਪੀ ਕਿੰਨੇ ਦੀ ਕੀਤੀਆਂ 0, 9 ਤੇ 1 10, 1 200, 198 ਵਸਤੂਆਂ ਨੇ ਤੇ 200 ਰੁਪਏ ਦੀਆਂ ਸੀਪੀ ਕੀਤੀਆਂ। ਫਿਰ ਅੱਗੇ ਦੇਖੋ ਧਿਆਨ ਨਾਲ, ਅੱਗੇ ਕਹਿ ਰਿਹਾ ਕਿ 1 ਰੁਪਏ ਦੀ ਇੱਕ ਵੇਚਣੀ ਹੈ ਉਸਨੇ। ਹੁਣ ਵੇਖੋ ਟੋਟਲ ਕਿੰਨੀਆਂ ਨੇ 98 ਦੀਆਂ, ਤੇ ਵੇਚਣੀਆਂ ਕੀ ਨੇ 198, 1 ਰੁਪਏ ਦੀ ਇੱਕ ਵਸਤੂ ਵੇਚੇਗਾ, ਕੀ ਬਣੇਗਾ 198 ਗੁਣਾ 1, ਐਸਪੀ ਕਿੰਨਾ ਬਣਿਆ 198। ਹੁਣ 198 ਵਸਤੂਆਂ ਨੇ ਤੇ 1 ਰੁਪਏ ਦੇ ਇੱਕ ਵੇਚ ਕੇ 198 ਬਣੇਗਾ ਵੇਚ ਮੁੱਲ। ਹੁਣ ਖਰੀਦਾ ਕਿੰਨੇ ਦੀਆਂ 200 ਰੁਪਏ ਦੀਆਂ, ਵੇਚਦਾ ਕਿੰਨੇ ਦੀਆਂ 98 ਦੀਆਂ, ਤੇ ਉਸਨੂੰ ਪ੍ਰੋਫਿਟ ਹੋਏਗਾ ਜਾਂ ਲਾਸ, ਉਸਨੂੰ ਲਾਸ ਹੋਏਗਾ, ਕਿੰਨਾ ਹੋਏਗਾ 2%, 2%। ਤੇ ਆਪਾਂ ਕੀ ਹੈ 2 ਰੁਪਏ ਹੋਏਗਾ, ਤੇ ਆਪਾਂ ਪ੍ਰੋਫਿਟ ਪ੍ਰਤੀਸ਼ਤ ਕੱਢਣਾ ਹੈ, 2 ਬਟਾ ਆ ਜਾਏਗਾ ਸੀਪੀ, ਸੀਪੀ ਕਿੰਨਾ 200 ਗੁਣਾ 100, 0 ਨਾਲ 2 0 ਕੱਟ ਦਿਓ, 2 ਨਾਲ 2 ਕੱਟ ਦਿਓ, 1% ਆਏਗਾ, ਲਾਸ ਹੋਏਗਾ, ਲਾਸ। ਆਂਸਰ ਇਹ ਬਣੇਗਾ।
ਜੇ ਰੁਪਈਆਂ ਦੀ ਗੱਲ ਕਰੀਏ 2 ਰੁਪਏ ਲॉस ਹੋਏਗਾ, ਜੇ ਪਰਸੈਂਟੇਜ ਦੀ ਗੱਲ ਕਰੀਏ 1% ਲॉस ਹੋਏਗਾ। ਇਹ ਆਂਸਰ ਹੈ ਆਪਣਾ। ਦੇਖੋ ਇਸ ਨੂੰ ਕਿਸ ਤਰ੍ਹਾਂ ਕਰਾਂਗੇ 15 ਨੰਬਰ ਸਮ ਨੂੰ। ਇਹ ਕਹਿ ਰਿਹਾ ਹੈ ਔਨ ਸੇਲਿੰਗ 18 ਆਰਟੀਕਲ ਫੋਰ 1680 रुपए मैन गेट लॉस ऑफ सीपी ऑफ 3 आर्टिकल। सीपी हो रहा है लॉस हो रहा है। इस तो फाइंड सीपी ऑफ 1 आर्टिकल, एक आर्टिकल का आपां सीपी पता करना है। देखो किस तरह आप पता करांगे। सब तो पहले लॉस हो रहा, लॉस का फार्मूला देखो की हुंदा है। लॉस बराबर हुंदा है अपने कोल सीपी माइनस एसपी। ਹੁਣ देखो 18 आर्टिकल वेच रहा है, 18 ही वेच रहा है, 18 ही खरीद रहा है। आप फार्मूला लगावे लॉस कितना हो रहा है 3 आर्टिकल, लॉस 3 आर्टिकल सीपी दे। ਹੁਣ लॉस कितना होया है 3 आर्टिकल सीपी दे बराबर बराबर। इस तो बाद खरीद कितना रहा 18, 18 सीपी कर रहा है तो 18 ही एसपी कर रहा है। जेकर 18 खरीदेगा तो ही 18 बेचेगा। ਹੁਣ ਅੱਗੇ ਦੇਖੋ सीपी इधर ले आओ, 3 सीपी प्लस इधर आके माइनस बनेगा 18 सीपी बराबर अपने को आ जाएगा माइनस 18 एसपी। ਹੁਣ ਇਸ ਨੂੰ ਆਪਾਂ ਘਟਾਵਾਂਗੇ 18 ਦੇ ਵਿੱਚੋਂ 3 ਘਟਾਵਾਂਗੇ ਕਿੰਨਾ ਬਣੇਗਾ 15 बनेगा, 15 लिख दो। 15 सीपी 15 बनेगा माइनस का बराबर माइनस 18 एसपी माइनस नाल माइनस कट्टी जाएगी। अगे देखो कि अपने को दिता की हैगा, दिता है अपने को 18 आर्टिकल, 18 आर्टिकल का सेलिंग एसपी, 18 आर्टिकल का एसपी कितना दिता है 1680। इत्थे आप वैल्यू भर देंगे, इत्थे वैल्यू भर दो 15 सीपी बराबर 18 एसपी का मुल कितना दिता है 1680 रुपए। ਹੁਣ ਆਪਾਂ एक वस्तु का सीपी, ये 15 वस्तुओं का है, आप एक का सीपी कढ़ना है। अपने को की बनेगा 1680 बटा 15 नीचे आ जाएगा। इसनों आप कट देंगे तो अपने को आंसर आ जाएगा। इसनों कटो पहले 15 से कटते हैं आप, इसनों कटांगे 15 एक 15, एक असल इधर जाएगी 18 बनेगा, फिर 15 एक 15, फिर 3 असल 15 दूना 30, एक एक 2 अपने को बन जाएगा 112। ये ऑप्शन बनेगी। 16 नंबर सम देखो सेम उस नाल दा है, उस तरह का है। अपने को की लिखा है सेलिंग 21 आर्टिकल 1620 रुपए दे एंड अगे कह रहा है लॉस हो रहा है 3 आर्टिकल का। हुण वेखो लॉस का फार्मूला आपां कीता सी, लॉस बराबर अपने को आ जाएगा सीपी माइनस एसपी। हुण देखो लॉस कितना हो रहा है 3 आर्टिकल का कॉस्ट प्राइस, आप लिखांगे 3 सीपी हो रहा है लॉस। हुण देखो 21 आर्टिकल सेलिंग कर रहा है, जे 21 बेचेगा तो 21 खरीदेगा भी, आप लिखांगे 21 सीपी माइनस 21 एसपी। हुण देखो सीपी इधर ले आओ, आप की लिखांगे 3 सीपी इधर आके माइनस हो जाएगा 21 सीपी बराबर माइनस 21 एसपी। हुण इन्हां नूं आपां घटावांगे, अपने को आ जाएगा माइनस 18 18 सीपी बराबर आ जाएगा माइनस 21 एसपी। माइनस नाल माइनस कट देंगे। हुण देखो अपने को 21 आर्टिकल सेलिंग प्राइस दिता होया है, अपने को की दिता है 21 एसपी आर्टिकल किन्ने दे कर रहा है 1620 रुपए दे। ते आपां एक आर्टिकल का सीपी पता करना है, इस दे बराबर रख देंगे 18 इस दे 18 सीपी बराबर 21 का एसपी कितना दिता है 1620 रुपए। तो आपां एक का सीपी पता करना है, सेम उही तरीका लगाओ 1620 बटा 18 आ जाएगा नीचे, इसनों कट दो, इसनों पहला 2 ते कट दो, 9 दूनी 18, इनू कटो 2 ते ये बन जाएगा 8 दूनी 16, फिर बन जाएगा 1 0, फिर 9 9 81, 9 ते 1 0 आ जाएगी 90। अपने को सी ऑप्शन बनेगी। अगे 17 नंबर सम देखो, 17 की कह रहा है
कहता है 12 वस्तुओं का लागत मूल्य 9 वस्तुओं के विक्रय मूल्य के बराबर है। ये कह रहा है ਆਪਾਂ ਨੂੰ CP ऑफ ਦਾ मतलब गुणा लिखना है। किन्नियां वस्तुओं का 12 का इक्वल टू बराबर है। अगे कह रहा है अगे देखो 9 आर्टिकल SP कर रहा है। SP ऑफ का गुणा 9 आर्टिकल। देखो आप पता करना है प्रॉफिट या लॉस। देखो CP कितना दिता है, CP बराबर कितना 9, आप लिखांगे CP बराबर 9। SP कितना दिता है 12, आप लिखांगे SP बराबर 12। हुण खरीदा 9 दिए, वेचता किन्ने दिए 12 दे, ते कितना लाभ होएगा 3 रुपए। आप की कढ़ना है प्रॉफिट प्रतिशत 3 बटा CP। CP कितना 9, गुणा करांगे 100 नाल, इसनूं कट दो 3 तीह 9, 100 नूं उपर रखांगे 3 नाल भाग करांगे, अपने कोल बन जाएगा 33 तिया 99, एक उपर नीचे सही, ये बन जाएगा प्रॉफिट। आंसर बनेगा बी 33 सही 1/3 प्रॉफिट आ जाएगा। अगे 18 नंबर सम देखो, सेम उस तरह है। कॉस्ट प्राइस ऑफ 75 आर्टिकल, आप लिखांगे CP गुणा 72 बराबर। अगे कह रहा है SP किन्ने आर्टिकल का 66 का। बस आप सेम उही तरीका लगावांगे। CP बराबर कितना है अपने को 66, CP बराबर 66। SP कितना है, SP बराबर अपने को दिता है 72, 72 लिख लो। हुण खरीदा किन्ने दा 66 का, वेचदा किन्ने दा 72 का है, तो प्रॉफिट कितना होएगा 6 रुपए, 6 रुपए लिख दो। आप उनकी प्रॉफिट प्रतिशत कढ़ना है 6 बटा CP। CP कितना है 66, गुणा करांगे 100 नाल, इसनूं कट दो कितना आएगा 11। 100 नूं उपर रखो, 11 ना करो भाग, 11 ना 99, फिर देखो पॉइंट लगेगा, फिर अपने को 0 आएगी, फिर 11 ना 99, अपने को आंसर बनेगा ए। अगे 19 नंबर सम देखो, कॉस्ट प्राइस फॉर 49 आर्टिकल, सेम उस तरह ही है। CP किन्ने दा 49 का बराबर, SP किन्ने दा 56 का, 56 लिख दो। हुण बस उही तरीका लगाओ। CP किन्ना दिता है 56, SP किन्ना दिता है 49। हुण खरीदा 56 दे, वेचदा 49 दा, की होएगा नुकसान, लॉस होएगा। इत्थे रह गए 16, 16 विचों 9 जाणगे 7, 7 अपना 7 रुपए आ जाएगा उसनूं लॉस। हुण देखो लॉस प्रतिशत कढ़ना है 7 बटा CP। CP किन्ना है 56, गुणा किहदे नाल करांगे 100 नाल, 7 8 56, इसनूं कट दो, ये बन जाएगा 25 चौका 100 बन जाएगा, 4 दूनी 8। हुण आपां 25 नूं विच रखांगे, 2 नाल भाग करांगे, ये बन जाएगा 12 दूना 24 पॉइंट 5 दूनी 10, बी ऑप्शन बनेगी। अगे देखो 20 नंबर सम है। 20 नंबर की लिखा है 24 वस्तुओं को बेचकर दुकानदार 4 वस्तु के विक्रय मूल्य के लाभ प्राप्त करता है। देखो प्रॉफिट हो रहा है, प्रॉफिट का फार्मूला की सी अपने को SP माइनस CP। हुण प्रॉफिट हो कितना रहा है, प्रॉफिट उसनूं हो रहा है 4 वस्तुओं का SP। हुण देखो 24 जेकर वस्तुआं बेच रहा है तो 24 खरीदेगा, इत्थे वैल्यू भर दो, आप लिखांगे प्रॉफिट कितना है 4 SP, तो 24 वस्तुआं बेचेगा, आप लिखांगे 24 SP, तो 24 ही खरीदेगा, 24 CP। इधर SP लै आओ, 4 24 SP माइनस, इधर माइनस लगेगी, इत्थे प्लस रहेगा 4 SP बराबर, इधर आ जाएगा मेरे को माइनस 24 CP। हुण इन्हां नूं घटा दो, 24 विचों 4 घटावांगे, माइनस दे बनणगे 20 SP बराबर, ये बन जाएगा माइनस 24 CP। माइनस नाल माइनस कट दो, SP कितना है अपने को, SP बन रहा है 24, SP बनेगा 24। CP कितना बन रहा है, CP दिता है 20, आप लिखांगे CP बराबर 20।
ਹੁਣ ਖਰੀਦਾ ਕਿੰਨੇ ਦੀ ਹੈ 20 ਦੀ ਚੀਜ਼ ਹੈ, ਵੇਚਦਾ ਕਿੰਨੇ ਦੀ 24 ਦੀ। ਪ੍ਰੋਫਿਟ ਹੋਏਗਾ, ਪ੍ਰੋਫਿਟ ਕਿੰਨਾ ਹੋਏਗਾ 4 ਰੁਪਏ। ਆਪਾਂ ਪ੍ਰਤੀਸ਼ਤ ਕੱਢਣਾ ਹੈ, 4 ਬਟਾ ਲਿਖਾਂਗੇ ਸੀਪੀ, ਸੀਪੀ ਕਿੰਨਾ ਹੈ 20, ਗੁਣਾ ਕਰਾਂਗੇ 100 ਨਾਲ। ਇਸ ਨੂੰ ਕੱਟ ਦਿਓ, 4 5 20 ਅਤੇ ਇਸ ਨੂੰ ਕੱਟੋਗੇ 20 5 100, ਆਪਣੇ ਕੋਲ ਆ ਜਾਏਗਾ 20% ਪ੍ਰੋਫਿਟ, 20% ਆਏਗਾ। ਆਪਸ਼ਨ ਬੀ ਬਣੇਗੀ। ਅੱਗੇ ਦੇਖੋ 21 ਨੰਬਰ ਸਮ, ਸੇਲਿੰਗ ਆਰਟੀਕਲ 35, ਸ਼ੌਪਕੀਪਰ ਗੈਟ ਲੌਸ 7 SP ਆਫ। ਸੇਮ ਉਹੀ ਤਰੀਕਾ ਲਗਾਉਣਾ ਹੈ। ਹੁਣ ਹੋ ਕੀ ਰਿਹਾ ਲੌਸ, ਲੌਸ ਦਾ ਫਾਰਮੂਲਾ ਕੀ ਸੀ ਆਪਣੇ ਕੋਲ CP ਮਾਈਨਸ SP, ਬਸ ਵੈਲਿਊ ਭਰ ਦਿਓ। ਲੌਸ ਕਿੰਨਾ ਹੋ ਰਿਹਾ 7 ਆਰਟੀਕਲ ਦੇ SP ਦੇ ਬਰਾਬਰ, 7 ਆਰਟੀਕਲ SP ਦੇ ਬਰਾਬਰ। ਤੇ ਹੁਣ ਖਰੀਦ ਕਿੰਨਾ ਰਿਹਾ ਹੈ 35 ਖਰੀਦ ਰਿਹਾ 35 ਵੇਚ ਰਿਹਾ। ਆਪਾਂ ਲਿਖਾਂਗੇ 35 CP ਮਾਈਨਸ 35 SP। ਇੱਧਰ SP SP ਇੱਧਰ ਲੈ ਆਓ, 7 SP ਮਾਈਨਸ ਇੱਧਰ ਆ ਕੇ ਬਣ ਜਾਏਗਾ ਪਲੱਸ 35 SP ਬਰਾਬਰ ਕੀ ਬਣਿਆ 35 CP। ਇਹਨਾਂ ਜੋੜੋ, 35 ਦੇ ਵਿੱਚ 7 ਜੋੜਾਂਗੇ 42, 42 ਬਣ ਜਾਏਗਾ SP ਬਰਾਬਰ 35 CP। ਹੁਣ ਵੇਚਦਾ ਕਿੰਨੇ ਦੀਆਂ SP ਕਿੰਨੇ ਦੀ ਕਰ ਰਿਹਾ 35 ਰੁਪਏ ਦੀ, CP ਕਿੰਨਾ ਹੈ 42, CP 42 ਲਿਖ ਦਿਓ। ਹੁਣ ਵੇਖੋ ਖਰੀਦਦਾ 42 ਦੀ, ਵੇਚਦਾ ਕਿੰਨੇ ਦੀ 35 ਦੀ, ਉਸ ਨੂੰ ਲੌਸ ਕਿੰਨਾ ਹੋਇਆ 7 ਰੁਪਏ। ਤੇ ਆਪਾਂ ਕੀ ਲੌਸ ਪ੍ਰਤੀਸ਼ਤ ਕੱਢਣਾ ਹੈ, CP ਨੀਚੇ ਆ ਜਾਏਗਾ ਕਿੰਨਾ ਬਣੇਗਾ 42, ਗੁਣਾ ਆ ਜਾਏਗਾ 100, ਇਸ ਨੂੰ ਕੱਟ ਦਿਓ 7 ਛਿਕਾ 42, ਇਸ ਨੂੰ ਕੱਟੋ ਤੁਸੀਂ, ਇਹ ਬਣ ਜਾਏਗਾ 50, ਇੱਥੇ ਕੱਟੋ 3, ਹੁਣ ਬਣ ਜਾਏਗਾ 50 ਬਟਾ 3, ਇਹ ਬਣ ਜਾਏਗਾ 16 ਤੀਆ 48 ਬਣ ਜਾਏਗਾ। ਇੱਥੇ ਲੱਗੇਗਾ ਪੁਆਇੰਟ, ਫਿਰ ਅਸਲ ਜਾਣਗੇ ਆਪਣੇ ਕੋਲ 2, ਫਿਰ ਬਣ ਜਾਏਗਾ 6, ਫਿਰ ਆਪਣੇ ਕੋਲ 7 ਆਏਗਾ। ਆਂਸਰ ਬਣੇਗਾ A ਆਪਸ਼ਨ ਬਣੇਗੀ। 22 ਨੰਬਰ ਸਮ ਦੇਖੋ, 22 ਸੇਮ ਹੀ ਹੈ। ਸੇਲਿੰਗ ਆਰਟੀਕਲ ਕਿੰਨੇ ਕਰ ਰਿਹਾ 88, ਗੈਟ ਲੌਸ SP ਆਫ 8 ਆਰਟੀਕਲ, ਫਾਈਂਡ ਦੀ ਲੌਸ। ਲੌਸ ਹੋ ਰਿਹਾ, ਲੌਸ ਦਾ ਫਾਰਮੂਲਾ ਲਗਾਓ, ਲੌਸ ਬਰਾਬਰ CP ਮਾਈਨਸ SP। ਹੁਣ ਲੌਸ ਕਿੰਨਾ ਹੋ ਰਿਹਾ SP ਆਫ 8 ਆਰਟੀਕਲ, ਲੌਸ ਹੋ ਰਿਹਾ 8 ਆਰਟੀਕਲ ਦਾ SP, ਤੇ 88 ਆਰਟੀਕਲ ਖਰੀਦੇਗਾ ਤੇ 88 ਹੀ ਵੇਚੇਗਾ। ਹੁਣ ਇੱਧਰ SP ਇੱਧਰ ਲੈ ਆਓ, 88 SP ਇੱਧਰ ਆਪਣੇ ਕੋਲ ਮਾਈਨਸ ਹੈ, ਇੱਧਰ ਆ ਕੇ ਬਣ ਜਾਏਗਾ ਪਲੱਸ, ਜੋੜ ਦਿਓ 88 SP, ਇੱਥੇ ਆ ਜਾਏਗਾ 88 CP, ਇਹਨੂੰ ਜੋੜੋ, 8 ਦੇ ਵਿੱਚ ਆਪਾਂ ਜੋੜ ਦਿਆਂਗੇ 88, ਇਹ ਬਣ ਜਾਏਗਾ 96, 96 SP ਬਰਾਬਰ 88 CP। ਹੁਣ ਵੇਚਦਾ ਕਿੰਨੇ ਦੀ ਹੈ SP ਕਿੰਨੇ ਦੀ ਕਰ ਰਿਹਾ 88 ਦੀ, CP ਕਿੰਨੇ ਕਰ ਰਿਹਾ 96, CP ਕਰ ਰਿਹਾ 96 ਦੀ। ਹੁਣ ਦੇਖੋ ਕਿੰਨਾ ਲੌਸ ਹੋਏਗਾ 8 ਰੁਪਏ, 8 ਰੁਪਏ ਲੌਸ ਹੋਏਗਾ। ਆਪਾਂ ਕੀ ਪਤਾ ਕਰਨਾ ਲੌਸ ਪ੍ਰਤੀਸ਼ਤ 8 ਬਟਾ 100, 8 ਬਟਾ ਆਪਾਂ ਲਿਖਣਾ CP ਕਿੰਨਾ ਬਣੇਗਾ 96, ਗੁਣਾ ਕਿਹਦੇ ਨਾਲ ਕਰਨੀ ਹੈ ਨਾਲ, ਆਪਣੇ ਕੋਲ 12 8 96 ਬਣੇਗਾ, 12 8 96, 12 ਨਾਲ ਕੱਟਿਆ ਜਾਏਗਾ। ਹੁਣ ਇਸ ਨੂੰ ਕੱਟ ਦਿਓ, ਇਹ ਕੱਟਿਆ ਜਾਏਗਾ ਆਪਣੇ ਕੋਲ 4 ਤੇ 25 ਚੌਕਾ 100, ਇਸ ਨੂੰ 4 ਤੇ ਕੱਟੋ 3, ਹੁਣ ਆਪਣੇ ਕੋਲ ਕੀ ਬਚਿਆ 25 ਬਟਾ 3, ਇਹ ਬਣ ਜਾਏਗਾ 8 ਤੀਆ 24, ਇੱਕ ਅਸਲ ਉੱਪਰ ਚਲੀ ਜਾਏਗੀ, ਬਾਕੀ ਜਿਹੜਾ ਬਚੇਗਾ 3 ਨੀਚੇ। ਆਪਣੇ ਕੋਲ ਆਂਸਰ ਬਣ ਜਾਏਗਾ 8 ਸਹੀ 1 ਬਟਾ 3, D ਆਪਸ਼ਨ ਬਣੇਗੀ। ਅੱਗੇ 23 ਨੰਬਰ ਦੇਖੋ, ਪੇਜ ਕੀ ਲਿਖਿਆ ਹੈ, ਇੱਕ a man buy some article 3 for 2 and equal number of article 2 for 1। ਦੇਖੋ ਪਹਿਲਾਂ ਕੀ ਕਰ ਰਿਹਾ ਬਾਏ ਖਰੀਦ ਰਿਹਾ, ਕੀ ਕਰ ਰਿਹਾ ਬਾਏ ਖਰੀਦ ਰਿਹਾ। ਆਪਾਂ ਨੂੰ ਕਹਿ ਰਿਹਾ ਕਿ 3 ਆਰਟੀਕਲ ਖਰੀਦਾ ਕਿੰਨੇ ਦੇ 2 ਰੁਪਏ ਦੇ। ਫਿਰ ਅੱਗੇ ਦੇਖੋ
2 ਆਰਟੀਕਲ 1 ਰੁਪਏ ਦੇ, ਇਸ ਕਰ ਰਿਹਾ CP। ਇਸ ਨੂੰ ਜੋੜ ਦਿਓ। ਪਹਿਲਾਂ ਕੀ ਕਰਾਂਗੇ, ਕੁਆਂਟਿਟੀ ਬਰਾਬਰ ਕਰੋ, ਇਹਨੂੰ ਗੁਣਾ ਕਰ ਦਿਓ 2 ਨਾਲ, ਇਹਨੂੰ ਗੁਣਾ ਕਰੋ 3 ਨਾਲ। ਜੇ 2 ਨਾਲ ਇੱਧਰ ਗੁਣਾ ਕੀਤਾ, 2 ਨਾਲ ਇੱਧਰ ਕਰਾਂਗੇ, 3 ਨਾਲ ਇੱਧਰ, ਇਹ ਬਣ ਜਾਏਗਾ 3 ਦੂਣੀ 6, ਇਹ ਬਣ ਜਾਏਗਾ 2 ਦੂਣੀ 4, ਇਹ ਬਣ ਜਾਏਗਾ 3 ਦੂਣੀ 6, ਇਹ ਬਣ ਜਾਏਗਾ 1 ਤੀਆ ਤੀਆ। ਆਹ ਵਾਲਾ ਵੀ CP ਹੈ, ਆਹ ਵਾਲਾ ਵੀ CP। ਹੁਣ CP ਜੋੜੋ, 6 ਤੇ 6 12, ਹੁਣ 12 ਵਸਤੂਆਂ ਨੇ ਤੇ ਕਿੰਨੇ ਦਾ ਬਣੇਗਾ 7। ਹੁਣ 12 ਵਸਤੂਆਂ 7 ਰੁਪਏ ਦੀਆਂ ਖਰੀਦ ਰਿਹਾ। ਹੁਣ ਦੇਖੋ ਅੱਗੇ ਕੀ ਕਹਿ ਰਿਹਾ ਹੈ, ਅੱਗੇ ਕਹਿ ਰਿਹਾ ਕਿ 5 ਵਸਤੂ 3 ਰੁਪਏ ਦੀ ਵੇਚਦਾ ਹੈ। 5 ਵਸਤੂਆਂ ਨੇ ਤੇ 3 ਰੁਪਏ ਦੀਆਂ SP ਕਰਦਾ ਹੈ। ਆ ਹੈਗਾ CP। ਹੁਣ ਇਸ ਨੂੰ ਫਿਰ ਕੁਆਂਟਿਟੀ ਨੂੰ ਬਰਾਬਰ ਕਰੋ, 5 ਨਾਲ ਗੁਣਾ ਇੱਧਰ ਕਰਾਂਗੇ, 12 ਨਾਲ ਗੁਣਾ ਇੱਧਰ ਕਰਾਂਗੇ। ਜੇ 5 ਨਾਲ ਹੀ ਇੱਧਰ ਗੁਣਾ ਕਰਾਂਗੇ, 12 ਨਾਲ ਗੁਣਾ ਇੱਧਰ ਕਰਾਂਗੇ, ਅੱਗੇ ਦੇਖੋ ਕੀ ਬਣੇਗਾ, 12 5 60, 60 ਲਿਖ ਦਿਓ। ਇਹ ਬਣ ਜਾਏਗਾ 7 5 35, 35 ਲਿਖ ਦਿਓ। ਫਿਰ 12 5 60, 60 ਲਿਖ ਦਿਓ। ਫਿਰ 12 ਤੀਆ 36, 36 ਲਿਖ ਦਿਓ। ਇਹ ਆਪਣੇ ਕੋਲ SP ਹੈ, ਇਹ ਆਪਣੇ ਕੋਲ CP ਹੈ। ਹੁਣ ਵਸਤੂਆਂ ਕਿੰਨੀਆਂ ਨੇ 60। ਅੱਗੇ ਦੇਖੋ, ਖਰੀਦਾ 35 ਦੀ, ਵੇਚਦਾ 36 ਦੀਆਂ, 1 ਰੁਪਈਆ ਪ੍ਰੋਫਿਟ ਆ ਜਾਏਗਾ। ਹੁਣ ਪ੍ਰੋਫਿਟ ਪ੍ਰਤੀਸ਼ਤ 1/CP ਕਿੰਨਾ ਹੈ 35, ਗੁਣਾ ਕਿਹਦੇ ਨਾਲ ਕਰਨਾ ਹੁੰਦਾ 100 ਨਾਲ, ਕੱਟ ਦਿਓ 5 ਤੇ 5 7 35, ਇਸ ਨੂੰ 5 ਤੇ ਕੱਟੋ, ਇਹ ਬਣ ਜਾਏਗਾ 20 5 100। 20 ਨੂੰ ਵਿੱਚ ਰੱਖੋ, 7 ਤੇ ਭਾਗ ਕਰੋਗੇ, 7 ਦੂਣੀ 14, 7 ਦੂਣੀ 14, ਕਿੰਨੇ ਬਚੇ 6, 6 ਉੱਪਰ ਜਾਏਗਾ ਨੀਚੇ, ਇਹ ਆਪਣੇ ਕੋਲ ਬਣ ਜਾਏਗਾ B ਆਪਸ਼ਨ, 7 ਸਹੀ 6/7 ਆਂਸਰ ਬਣ ਜਾਏਗਾ। 24 ਨੰਬਰ ਦੇਖੋ, 24 'ਚ ਸੇਮ ਇਹੀ ਗੱਲ ਹੀ ਕਹਿ ਰਹੇ ਨੇ, ਇਹ ਮੈਨ ਬਾਏ ਸਮ ਆਰਟੀਕਲ 5 ਵਸਤੂਆਂ 1 ਰੁਪਏ ਦੀਆਂ, ਇਕੁਅਲ ਨੰਬਰ 4 1 ਦੀਆਂ। ਉਹੀ ਤਰੀਕਾ ਲਗਾਓ, ਆਪਾਂ ਨੂੰ ਕਹਿ ਰਿਹਾ 5 ਵਸਤੂਆਂ ਨੇ ਕਿੰਨੇ ਦੀਆਂ 1 ਰੁਪਏ ਦੀਆਂ। ਫਿਰ ਕਹਿ ਰਿਹਾ 4 ਵਸਤੂਆਂ ਨੇ 1 ਰੁਪਏ ਦੀਆਂ। ਇਹ ਕੀ ਕਰ ਰਿਹਾ, ਖਰੀਦ ਰਿਹਾ। ਇਸ ਨੂੰ ਆਪਾਂ ਕੁਆਂਟਿਟੀ ਬਰਾਬਰ ਕਰਾਂਗੇ, ਵਸਤੂਆਂ ਦੀ ਸੰਖਿਆ ਬਰਾਬਰ, ਇੱਧਰ ਗੁਣਾ 4 ਨਾਲ, ਇੱਧਰ ਵੀ ਗੁਣਾ ਆਪਾਂ 4 ਨਾਲ ਕਰਾਂਗੇ, ਇੱਧਰ ਗੁਣਾ 5 ਨਾਲ, ਇੱਧਰ ਵੀ ਗੁਣਾ ਕਰਾਂਗੇ 5 ਨਾਲ। ਇਹ ਬਣ ਜਾਏਗਾ 5 ਚੌਕਾ 20, ਇਹ ਬਣ ਜਾਏਗਾ 1 ਚੌਕਾ ਚੌਕਾ, ਇਹ ਬਣ ਜਾਏਗਾ 5 ਚੌਕਾ 20, ਇਹ ਬਣ ਜਾਏਗੀ 1 5 5 ਆ। ਹੁਣ ਇਹਨਾਂ ਨਾਲ ਜੋੜ ਦਿਓ, 20 ਤੇ 20 40, ਇਹ ਬਣ ਜਾਏਗਾ 5 ਤੇ 4 9। ਹੁਣ 40 ਵਸਤੂਆਂ 9 ਰੁਪਏ ਦੀ ਖਰੀਦ ਰਿਹਾ। ਹੁਣ ਵੇਚ ਮੁੱਲ ਦੇਖੋ, ਕਹਿੰਦਾ ਸਾਰੀਆਂ ਵਸਤੂਆਂ ਨੂੰ 9 ਵਸਤੂਆਂ 2 ਦੇ ਹਿਸਾਬ ਨਾਲ ਵੇਚ ਰਿਹਾ। ਹੁਣ SP ਆਪਾਂ ਲਿਖਾਂਗੇ, ਵਸਤੂਆਂ ਕਿੰਨੀਆਂ ਕਹਿ ਰਿਹਾ 9, ਵੇਚਦਾ ਕਿਹਦੇ ਹਿਸਾਬ ਨਾਲ 2 ਨਾਲ। ਹੁਣ ਇਸ ਨੂੰ ਆਪਾਂ ਸੋਲਵ ਕਰਦੇ ਹਾਂ, ਇੱਧਰ ਆਪਾਂ ਗੁਣਾ ਕਰ ਦਿਆਂਗੇ 9 ਨਾਲ, ਇੱਧਰ ਗੁਣਾ ਕਰਾਂਗੇ 40 ਨਾਲ, ਇੱਧਰ ਵੀ ਗੁਣਾ 9 ਨਾਲ, ਇੱਧਰ ਗੁਣਾ 40 ਨਾਲ। 9 ਚੌਕਾ 36, 360, 360 ਬਰਾਬਰ 9 ਨਾਲ ਆਇਆ 81, ਫਿਰ ਇਹ ਬਣ ਜਾਏਗਾ 360 ਬਰਾਬਰ 4 ਦੂਣੀ 8। ਇਹ ਹੈਗਾ ਆਪਣੇ ਕੋਲ CP, ਇਹ ਹੈਗਾ SP। ਹੁਣ ਖਰੀਦਾ ਕਿੰਨੇ ਦੀ ਏ 360 ਵਸਤੂਆਂ ਨੇ, ਖਰੀਦਾ 81 ਦੀ ਏ, ਵੇਚਦਾ 80 ਦੀ ਏ, ਲਾਸ ਹੋਏਗਾ 1 ਰੁਪਈਆ, 1 ਰੁਪਈਆ ਲਾਸ ਹੋਇਆ। 1 ਰੁਪਈਆ ਲਾਸ ਹੋਇਆ ਕਿੰਨੀਆਂ ਵਸਤੂਆਂ ਤੇ 360 ਤੇ। ਤੇ ਆਪਾਂ ਕਿੰਨੀਆਂ ਵਸਤੂਆਂ ਤੇ ਕੱਢਣਾ ਹੈ, ਆਪਾਂ ਵਸਤੂਆਂ ਲਾਸ ਕੱਢਣਾ 360 ਵਸਤੂਆਂ ਤੇ 1 ਰੁਪਈਆ ਲਾਸ ਹੋਇਆ, ਤਾਂ ਆਪਾਂ ਲਾਸ ਕਿੰਨਾ ਬਣਾਉਣਾ ਹੈ 30 ਰੁਪਏ। 30 ਰੁਪਏ ਲਾਸ ਬਣਾਉਣ ਲਈ ਆਪਾਂ ਕੀ ਕਰਾਂਗੇ, 360 ਵਸਤੂਆਂ, ਲਾਸ ਕਿੰਨਾ ਬਣਿਆ 30 ਰੁਪਏ। ਆਪਣੇ ਕੋਲ ਬਣ ਜਾਏਗਾ 0 0, ਇਹ ਬਣੇਗਾ 6 ਤੀਏ 18 ਅਸਲ 1, 33 9 ਤੇ 1 10, ਇਹ ਬਣ ਜਾਏਗਾ 10 800। ऑप्शन बनेगी B, ये आंसर बनेगा। आगे देखो कि कह रहा है, एक व्यक्ति कुछ वस्तुओं 3 की दर से 2 रुपए में खरीदता है और समान वस्तुएं 2 की दर से 1 रुपए में खरीदता है और सभी को 5 की दर से 3 रुपए में बेचता है। उसको थोक विक्रय में 50% का लाभ 50 रुपए लाभ होता है। देखो किस तरह करांगे, सेम वही तरीका आप लगावांगे। सब तो पहला की लिखांगे
3 ਵਸਤੂਆਂ 2 ਰੁਪਏ ਦੀਆਂ। ਫਿਰ ਆਪਾਂ ਲਿਖਾਂਗੇ 2 ਵਸਤੂਆਂ 1 ਰੁਪਏ ਦੀਆਂ। ਕੁਆਂਟਿਟੀ ਬਰਾਬਰ ਕਰੋ, ਇੱਧਰ 2 ਨਾਲ ਗੁਣਾ, ਇੱਧਰ 2 ਨਾਲ ਗੁਣਾ, ਇੱਧਰ 3 ਨਾਲ ਗੁਣਾ, ਇੱਧਰ 3 ਨਾਲ। ਇਹ ਵਾਲੀ ਕੁਆਂਟਿਟੀ ਇੱਧਰ ਗੁਣਾ ਕਰਨੀ ਹੁੰਦੀ, ਇਹ ਵਾਲੀ ਕੁਆਂਟਿਟੀ ਇੱਧਰ। ਇਹ ਬਣ ਜਾਏਗਾ 6 ਵਸਤੂਆਂ 4 ਰੁਪਏ ਦੀਆਂ, ਇਹਨਾਂ ਨੂੰ ਗੁਣਾ ਕੀਤੀ। 3 ਦੂਣੀ 6, 6 ਵਸਤੂਆਂ 2 ਰੁਪਏ ਦੀਆਂ, ਇਹਨਾਂ ਨੂੰ ਜੋੜ ਦਿਓ। 6 ਤੇ 6 12, ਇਹ ਬਣ ਜਾਏਗਾ ਮੇਰੇ ਕੋਲ 6। ਇਹ ਬਣਿਆ CP। ਹੁਣ 12 ਵਸਤੂਆਂ ਨੇ 6 ਰੁਪਏ ਦੀਆਂ ਵੇਚ ਰਿਹਾ। ਹੁਣ ਆਪਾਂ SP ਲਿਖਦੇ ਹਾਂ, ਇੱਥੇ ਲਿਖਦੇ ਹਾਂ, ਦੁਬਾਰਾ ਅੱਗੇ ਕਰਦੇ ਹਾਂ 12 6। ਹੁਣ ਅੱਗੇ ਦੇਖੋ ਕੀ ਰਹਿ 5 ਵਸਤੂਆਂ ਨੇ SP ਕਿੰਨੇ ਦੀ ਕਰਦਾ ਹੈ 3 ਦੇ ਹਿਸਾਬ ਤੇ। ਇੱਧਰ ਗੁਣਾ ਕਰ ਦਿਓ 5 ਨਾਲ, ਇੱਧਰ ਗੁਣਾ ਕਰ ਦਿਓ 12 ਨਾਲ, ਇੱਧਰ ਵੀ ਗੁਣਾ ਕਰਾਂਗੇ 5 ਨਾਲ, ਇੱਧਰ ਵੀ ਗੁਣਾ ਕਰਾਂਗੇ 12 ਨਾਲ। 12 5 60 ਬਣ ਜਾਏਗਾ। ਇੱਥੇ ਲਿਖੋ 60। 60 ਵਸਤੂਆਂ ਨੇ ਤੇ ਇਹਨੂੰ ਗੁਣਾ ਕਰੋ 5 6 30 ਰੁਪਏ। ਇਹਨੂੰ ਗੁਣਾ ਕਰੋ 12 5 60 60, 12 30 36 36। ਹੁਣ ਦੇਖੋ ਆਹ ਹੈਗਾ ਆਪਣੇ ਕੋਲ CP, ਇਹ ਹੈਗਾ SP। ਹੁਣ 60 ਵਸਤੂਆਂ ਨੇ, ਖਰੀਦਾ ਕਿੰਨੇ ਦੀ ਹੈ 30 ਰੁਪਏ ਦੀ ਹੈ, ਵੇਚਦਾ ਕਿੰਨੇ ਦੀ ਹੈ 36 ਦੀਆਂ। ਪ੍ਰੋਫਿਟ ਕਿੰਨਾ ਹੋਏਗਾ 6 ਰੁਪਏ। ਹੁਣ 6 ਰੁਪਏ ਪ੍ਰੋਫਿਟ ਹੋਇਆ ਕਿੰਨੀਆਂ ਵਸਤੂਆਂ ਤੇ 60 ਵਸਤੂਆਂ ਤੇ। ਸਾਰੇ ਟੋਟਲ ਵਸਤੂਆਂ ਕਿੰਨੀਆਂ ਨੇ 60। 60 ਨਾਲ ਕਰ ਦਿਓ ਗੁਣਾ, ਇਹ ਬਣ ਜਾਏਗਾ 5 6 30 30, ਨਾਲ 2 ਜ਼ੀਰੋ ਨੇ, 2 ਜ਼ੀਰੋ ਲਗਾ ਦਿਓ, ਆਪਣੇ ਕੋਲ ਬਣ ਜਾਏਗਾ 3000। ਡੀ ਆਪਸ਼ਨ ਬਣੇਗੀ। ਪ੍ਰੋਫਿਟ ਲਾਸ ਦੇ ਆਪਣੇ 26 ਸਮ ਹੋ ਚੁੱਕੇ ਹਨ। ਜਿਹੜੇ ਰਹਿ ਗਏ ਅੱਗੇ ਪਾਰਟਸ ਵਿੱਚ ਲੈ ਕੇ ਆਵਾਂਗੇ। ਜੇ ਵੀਡੀਓ ਵਧੀਆ ਲੱਗੀ ਹੋਵੇ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ, ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਨਾਲ ਬੈਲ ਆਈਕਨ ਦਬਾਓ ਤਾਂ ਜੋ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ।